ਵਾਹਿਗੁਰੂ ਸਾਹਿਬ ਜੀਓ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਨ ਅਗਨ ਹਰਿਓ, ਨਿਸਬਾਸਰ ਏਕ ਸਮਾਨ ਧਿਆਨ। ਸੋ ਨਾਮ ਸੁਨੇ ਸੁਤ ਭਾਨ ਡਰਿਓ, ਭਨ ਦਾਸ ਸੋ ਆਸ ਜਗਤਰ ਗੁਰੂ ਕੀ। ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰ ਹਰ ਸਤ ਕੀਓ। ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਪਟਾਂ ਦੀ ਬਾਣੀ ਸਵਈਆਂ ਦੀ ਕਥਾ ਸਰਵਣ ਕਰ ਰਹੇ ਹੋ। 17 ਪਟ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਆਏ। 16 ਪਟ 4 ਵੇਦਾਂ ਦੇ ਅਵਤਾਰ ਹੋਏ। ਭਿੱਖਾ ਬ੍ਰਹਮਾ ਦਾ ਅਵਤਾਰ ਸੀ। ਰੱਡ ਇਹਨਾਂ 17 ਪੱਟਾਂ ਤੋਂ ਵੱਖਰਾ ਬ੍ਰਹਮਾ ਦਾ ਪੁੱਤਰ ਨਾਰਦ ਮੁਨੀ ਦਾ ਅਵਤਾਰ ਸੀ। ਉਹਨੇ ਵੀ ਗੁਰੂ ਦੀ ਮਹਿਮਾ ਉਚਾਰਨ ਕੀਤੀ। ਸਵਈਏ ਮਹੱਲੇ ਚੌਥੇ ਕੇ ਹੁਣ ਸੋਢੀ ਸੁਲਤਾਨ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਾਵਨ ਮਹਿਮਾ ਪਟ ਉਚਾਰਨ ਕਰ ਰਹੇ ਹਨ। ਆਪ ਸੰਗਤਾਂ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਮਰੱਥ ਗੁਰੂ ਸਿਰ ਹੱਥ ਧਰਿਓ। ਪਟ ਫੁਰਮਾਰੇ ਹਨ। ਸਮਰੱਥ ਗੁਰੂ ਕੌਣ ਸੀ? ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਭੱਲਿਆਂ ਦੀ ਬੰਸ ਦੀ ਅਵਤੰਸ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਗੁਰੂ ਹਨ। ਉਹ ਸਮਰੱਥ ਗੁਰੂ ਨੇ ਤੁਹਾਡੇ ਸਿਰ ਉੱਤੇ ਹੱਥ ਰੱਖਿਆ, ਮੇਰਾ ਭਰਿਆ ਹੱਥ ਰੱਖਿਆ। ਅੱਗੇ ਕੀ ਹੋਇਆ? ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਸਤਿਗੁਰੂ ਨੇ ਕਿਰਪਾ ਕੀਤੀ ਤੇ ਤੁਹਾਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ। ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਹਾਜ਼ਰ ਹੋਏ। ਹਾਜ਼ੂਰ ਨੇ
ਉਹਨਾਂ ਨੂੰ ਚਰਨ ਪਾਹੁਲ ਦਿੱਤੀ, ਗੁਰਮਤਿ ਨਾਮ ਦ੍ਰਿੜ ਕਰਵਾਇਆ। ਇਹ ਪੁਰਾਣੀ ਮਰਜ਼ਾਦਾ ਸੀ। ਚਾਰਨ ਤੋਈ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਇਸ ਪੁਰਾਤਨ ਮਰਜ਼ਾਦਾ ਅਨੁਸਾਰ ਸਮਰੱਥ ਗੁਰੂ ਨੇ ਤੁਹਾਡੇ ਸਿਰ ਉੱਤੇ ਮਿਹਰਾਂ ਭਰਿਆ ਹੱਥ ਰੱਖਿਆ। ਗੁਰੂ ਨੇ ਕਿਰਪਾ ਕਰਕੇ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ। ਜਿਸ ਦੇਖ ਚਰਨ ਅਗਨ ਹਰਿਓ। ਜਿਸ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਤੱਕ ਕੇ ਅਗਨ ਹਰੋ, ਪਾਪ ਨਾਸ਼ ਹੋ ਜਾਂਦੇ ਹਨ, ਤੇ ਉਸ ਸਤਿਗੁਰੂ ਨੇ ਤੁਹਾਡੇ ਤੇ ਮਿਹਰ ਕੀਤੀ, ਤੁਹਾਨੂੰ ਗੁਰਮਤਿ ਨਾਮ ਦ੍ਰਿੜ ਕਰਵਾ ਦਿੱਤਾ। ਨਿਸਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਭਾਨ ਡਰਿਓ। ਲੋ ਪਾਠ ਕਹਿ ਰਹੇ ਨੇ, ਨਿਸਬਾਸਰ ਏਕ ਸਮਾਨ ਧਿਆਨ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਨਿਸਬਾਸਰ, ਨਿਸ ਰਾਤ ਬਾਸਰ ਦਿਨ, ਰਾਤ ਦਿਨ ਏਕ ਸਮਾਨ, ਇੱਕ ਰਸ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਧਿਆਨ ਜੁੜਿਆ ਰਹਿੰਦਾ ਸੀ। ਰਾਤ ਦਿਨ ਅਠੇ ਪਹਿਰ ਤੁਹਾਡਾ ਧਿਆਨ ਉਸ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ ਸੀ। ਸੋ ਨਾਮ ਸੁਣੇ ਸੁਤ ਭਾਨ ਡਰਿਓ। ਤੁਹਾਡਾ ਨਾਮ ਸੁਣ ਕੇ ਸੁਤ ਭਾਨ ਡਰਿਓ। ਭਾਨ ਸੂਰਜ ਦਾ ਪੁੱਤਰ ਧਰਮਰਾਜ ਮੰਨਿਆ, ਉਹ ਵੀ ਡਰ ਗਿਆ ਸੀ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਇੱਕ ਇਤਿਹਾਸਕ ਘਟਨਾ ਹੋਈ। ਉਹ ਘਟਨਾ ਕੀ ਸੀ? ਇੱਕ ਵਿਧਵਾ ਮਾਈ ਸੀ, ਉਸ ਦਾ ਇਕਲੌਤਾ ਪੁੱਤਰ ਚਲਾਣਾ ਕਰ ਗਿਆ। ਅੰਮ੍ਰਿਤ ਵੇਲਾ ਸੀ। ਉਹ ਮਾਈ ਜ਼ਾਰੋ ਜ਼ਾਰ ਰੋਣ ਲੱਗੀ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਆਪਣੇ ਗੜਵਈ, ਆਪਣੇ ਹਜੂਰੀ ਸੇਵਾਦਾਰ ਭਾਈ ਬੱਲੂ ਜੀ ਨੂੰ ਸੱਦਿਆ। ਕਹਿਣ ਲੱਗੇ, ਭਾਈ ਬੱਲੂ ਜੀ, ਜਾਓ ਪਤਾ ਕਰੋ ਇਹ ਮਾਈ ਕਿਉਂ ਰੋ ਰਹੀ ਹੈ, ਤੇ ਨਾਲ ਉਸ ਨੂੰ ਧੀਰਜ ਦਿਓ। ਅੰਮ੍ਰਿਤ ਵੇਲਾ ਸੱਚ ਨਾਉ। ਅੰਮ੍ਰਿਤ ਵੇਲਾ ਨਾਮ ਜਪਣ ਦਾ ਸਮਾਂ ਹੈ। ਮਾਤਾ ਰੋਵੇ ਨਾ, ਮਾਤਾ ਸਿਮਰਨ ਕਰੇ। ਭਾਈ ਬੱਲੂ ਜੀ ਨੇ ਜਦੋਂ ਜਾ ਕੇ ਪਤਾ ਕੀਤਾ, ਆ ਕੇ ਹਜ਼ੂਰ ਨੂੰ ਕਹਿਣ ਲੱਗੇ, ਮਹਾਰਾਜ, ਵਿਧਵਾ ਮਾਤਾ ਦਾ ਇਕਲੌਤਾ ਪੁੱਤਰ ਚੜ੍ਹਾਈ ਕਰ ਗਿਆ। ਉਹ ਮਾਤਾ ਪੁੱਤਰ ਦੇ ਵਿਯੋਗ ਵਿੱਚ ਰੋ ਰਹੀ ਹੈ। ਮੈਂ ਉਸ ਨੂੰ ਦਿਲਾਸਾ ਤੇ ਦਿੱਤਾ ਹੈ, ਪਰ ਉਹ ਰੋ ਰਹੀ ਹੈ। ਜਦੋਂ ਦਿਨ ਚੜ੍ਹਿਆ, ਉਹ ਮਾਤਾ ਆਪਣੇ ਪੁੱਤਰ ਨੂੰ ਉਠਾ ਕੇ, ਚੁਕਵਾ ਕੇ ਗੁਰੂ ਅਮਰਦਾਸ ਮਹਾਰਾਜ ਦੇ ਦਰ 'ਤੇ ਲੈ ਆਈ। ਉੱਥੇ ਬੈਠ ਕੇ ਰੋਣ ਲੱਗ ਪਈ। ਹਜ਼ੂਰ ਦੇ ਮਨ ਵਿੱਚ ਦਇਆ ਆਈ। ਕਹਿਣ ਲੱਗੇ, ਮਾਤਾ ਤੂੰ ਰੋਨੀ ਕਿਉਂ ਹੈ? ਮਾਤਾ ਕਹਿਣ ਲੱਗੀ, ਪਹਿਲਾਂ ਮੇਰੇ ਸਿਰ ਉੱਤੋਂ ਪਤੀ ਦਾ ਸਾਇਆ ਉੱਠ ਗਿਆ। ਇੱਕ ਪੁੱਤਰ ਦਾ ਆਸਰਾ ਸੀ। ਇਹ ਪੁੱਤਰ ਵੀ ਰੱਬ ਨੂੰ ਪਿਆਰਾ ਹੋ ਗਿਆ। ਹੁਣ ਮੈਂ ਰੋਵਾਂ ਨਾ ਤੇ ਹੋਰ ਕੀ ਕਰਾਂ? ਮੇਰਾ ਕੋਈ ਸਹਾਰਾ ਹੀ ਨਹੀਂ ਰਹਿ ਗਿਆ। ਹਜ਼ੂਰ ਨੇ ਉਸ ਵੇਲੇ ਉਸ ਮਰੇ ਪੁੱਤਰ ਦੇ ਸਿਰ ਨੂੰ ਆਪਣਾ ਚਰਨ ਕਮਲ ਸਪਰਸ਼ ਕੀਤਾ, ਤੇ ਉਹ ਬੱਚਾ ਉੱਠ ਕੇ ਬਹਿ ਗਿਆ, ਜਿਉਂਦਾ ਹੋ ਗਿਆ। ਉਸਨੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ। ਮਾਤਾ ਬੜੀ ਪ੍ਰਸੰਨ ਹੋਈ। ਉਹ ਆਪਣੇ ਪੁੱਤਰ ਨੂੰ ਲੈ ਕੇ ਘਰ ਚਲੀ ਗਈ। ਉਸਨੇ ਜਾ ਕੇ ਸਾਰੇ ਘਰ ਘਰ ਜਾ ਕੇ ਇਹ ਪ੍ਰਚਾਰ ਕਰ ਦਿੱਤਾ ਕਿ ਸਤਿਗੁਰੂ ਨੇ ਮੇਰੇ ਮਰੇ ਪੁੱਤਰ ਨੂੰ ਜਿੰਦਾ ਕਰ ਦਿੱਤਾ। ਮਿਰਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ,
ਪਸੂ ਪ੍ਰੇਤ ਮੁਗਤ ਪੈ ਸਰੋਤੇ ਹਰ ਨਾਮਾ ਮੁਖ ਗਾਇਆ। ਪੂਰੇ ਗੁਰ ਕੀ ਦੇਖ ਵਡਾਈ। ਹੁਣ ਇਹ ਜਦੋਂ ਘਟਨਾ ਹੋਈ, ਸਾਰੀਆਂ ਸੰਗਤਾਂ ਦੂਰ ਦਰਾਡੇ ਜਿਹਨੂੰ ਪਤਾ ਲੱਗਦਾ ਹੈ ਉਹ ਆ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੀਆਂ ਨੇ। ਤੁਸੀਂ ਧੰਨ ਹੋ, ਸਤਿਗੁਰ ਮੇਰਾ ਸਰਬ ਪ੍ਰਤਪਾਲ, ਸਤਿਗੁਰ ਮੇਰਾ ਮਾਰ ਜੀ ਵਾਲਾ। ਤੁਸੀਂ ਤੇ ਮਰਿਆਂ ਨੂੰ ਵੀ ਜਿਉਂਦੇ ਕਰ ਦਿੰਦੇ ਹੋ। ਬੜੀ ਮਹਿਮਾ ਹੋਈ। ਫਿਰ ਸਤਿਗੁਰੂ ਦੇ ਮਨ ਦੇ ਵਿੱਚ ਖਿਆਲ ਆਇਆ ਬਈ ਇਹ ਗੱਲ ਕਿਧਰੇ ਪਾਣੀ ਤੋਂ ਬਾਹਰ ਤੇ ਨਹੀਂ। ਵਾਹਿਗੁਰੂ ਦਾ ਹੁਕਮ ਹੈ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਹ ਜੀਵ ਵਾਹਿਗੁਰੂ ਦੇ ਹੁਕਮ ਦੇ ਵਿੱਚ ਸਵਾਸਾਂ ਦੀ ਪੂੰਜੀ ਲੈ ਕੇ ਆਉਂਦੇ ਨੇ, ਭੋਗ ਕੇ ਚਲੇ ਜਾਂਦੇ ਨੇ। ਹੁਣ ਜਿਨ੍ਹਾਂ ਦਾ ਮਰੇਗਾ ਉਹ ਚੁੱਕ ਕੇ ਸਾਡੇ ਕੋਲ ਲਿਆਉਣਗੇ ਤੇ ਅਸੀਂ ਕਿੰਨਿਆਂ ਕੁ ਨੂੰ ਜਿਉਂਦੇ ਕਰੀ ਜਾਵਾਂਗੇ। ਇਹ ਗੱਲ ਪਾਣੇ ਤੋਂ ਬਾਹਰ ਦੀ ਪ੍ਰਤੀਤ ਹੋ ਰਹੀ ਹੈ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ, ਹੇ ਅਕਾਲ ਪੁਰਖ, ਐ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਐ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ, ਸਾਥੋਂ ਦੁਖੀਆਂ ਦਾ ਦੁੱਖ ਜਰਿਆ ਨਹੀਂ ਜਾਂਦਾ ਤੇ ਅਸੀਂ ਇਹ ਵੀ ਨਹੀਂ ਚਾਹੁੰਦੇ ਰੱਬ ਦਾ ਸ਼ਰੀਕਾ ਕੀਤਾ ਜਾਵੇ। ਮਰਿਆਂ ਨੂੰ ਬਾਰ-ਬਾਰ ਜਿਉਂਦੇ ਕਰਨਾ ਇਹ ਕੋਈ ਸਿੱਖੀ ਦਾ ਸਿਧਾਂਤ ਨਹੀਂ ਹੈ। ਤੁਸੀਂ ਕਿਰਪਾ ਕਰੋ, ਜਿੰਨਾ ਚਿਰ ਤੱਕ ਸਾਡਾ ਸਰੀਰ ਰਵੇ ਉਹਨਾਂ ਚਿਰ ਤੱਕ ਗੋਇੰਦਵਾਲ ਸਾਹਿਬ ਜੀ ਦੇ ਅੰਦਰ ਕਿਸੇ ਦੀ ਮੌਤ ਨਾ ਹੋਵੇ। ਮਾਤਾ ਪਿਤਾ ਦੀ ਅੱਖਾਂ ਦੇ ਸਾਹਮਣੇ ਕੋਈ ਪੁੱਤਰ ਚਲਾਣਾ ਨਾ ਕਰੇ, ਕੋਈ ਵੀ ਨਾ ਮਰੇ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਹੁਣ ਇਹ ਅਰਦਾਸ ਵਾਹਿਗੁਰੂ ਦੇ ਦਰ ਕਬੂਲ ਹੋਈ। 22 ਸਾਲ ਕੁਝ ਮਹੀਨੇ ਗੁਰੂ ਮਹਾਰਾਜ ਗੋਇੰਦਵਾਲ ਸਾਹਿਬ ਜੀ ਦੇ ਅੰਦਰ ਰਵੇ, ਪਰ ਉਹਨੇ ਸਮੇਂ ਦੇ ਦੌਰਾਨ ਗੋਇੰਦਵਾਲ ਸਾਹਿਬ ਜੀ ਦੇ ਅੰਦਰ ਕਿਸੇ ਦੀ ਮੌਤ ਨਹੀਂ ਸੀ ਹੋਈ। ਇਸੇ ਵਾਸਤੇ ਜੱਲਣ ਭੱਟ ਜੀ ਨੇ ਪਿਛਲੇ ਸਵਈਏ ਦੇ ਵਿੱਚ ਫਰਮਾਇਆ ਸੀ, ਗੋਬਿੰਦਵਾਲ ਗੋਬਿੰਦਪੁਰੀ ਸਮ ਜੱਲਣ ਤੀਰ ਵਿਪਾਸ ਬਣਾਇਓ। ਤੁਸੀਂ ਬਿਆਸਾ ਦਰਿਆ ਦੇ ਕੰਢੇ 'ਤੇ ਗੋਬਿੰਦਵਾਲ, ਗੋਬਿੰਦ ਪਰਮੇਸ਼ਰ ਦਾ ਨਾਮ ਹੈ, ਉਸ ਦੇ ਨਾਮ 'ਤੇ ਨਗਰ ਆਬਾਦ ਕੀਤਾ, ਜਿਹੜਾ ਗੋਬਿੰਦਪੁਰੀ ਬੈਕੁੰਠ ਦੇ ਸਮਾਨ ਸੀ। ਬੈਕੁੰਠ ਉਸ ਨੂੰ ਕਹਿੰਦੇ ਨੇ ਜਿੱਥੇ ਮੌਤ ਨਹੀਂ ਆ ਸਕਦੀ। ਤੁਸੀਂ ਗੋਇੰਦਵਾਲ ਸਾਹਿਬ ਨੂੰ ਬੈਕੁੰਠ ਦੇ ਸਮਾਨ ਬਣਾ ਦਿੱਤਾ। ਲੋਕ ਦੂਰੋਂ ਦੂਰੋਂ ਆ ਕੇ ਗੋਇੰਦਵਾਲ ਸਾਹਿਬ ਦੇ ਵਿੱਚ ਰਹਿਣ ਲੱਗੇ ਵੀ ਉੱਥੇ ਜਾ ਕੇ ਮੌਤ ਨਹੀਂ ਆ ਸਕਦੀ। ਇਸੇ ਲਈ ਹੁਣ ਇੱਥੇ ਭੱਟ ਕਹਿ ਰਹੇ ਨੇ, ਐ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਉਹ ਸਤਿਗੁਰੂ ਹੋ ਜਿਨ੍ਹਾਂ ਦਾ ਨਾਮ ਸੁਣ ਕੇ ਸੁਤ ਭਾਣ ਡਰਿਓ। ਸੂਰਜ ਦਾ ਪੁੱਤਰ ਹੈ ਧਰਮਰਾਜ, ਉਹ ਵੀ ਡਰ ਜਾਂਦਾ ਹੈ ਬਈ ਹੁਣ ਗੁਰੂ ਮਹਾਰਾਜ ਦਾ ਹੁਕਮ ਹੋ ਗਿਆ ਤੇ ਮੈਂ ਕਿਸੇ ਨੂੰ ਮਾਰ ਨਹੀਂ ਸਕਦਾ। ਭਨ ਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ। ਲੋ ਪਨ ਦਾਸ ਭੱਟ ਜੀ ਕਹਿ ਰਹੇ ਨੇ, ਸੋ ਆਸ ਜਗਤਰ ਗੁਰੂ ਕੀ, ਸਾਨੂੰ ਉਹ ਸਾਰੇ ਜਗਤ ਦੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਆਸ, ਉਮੀਦ, ਇੱਛਾ ਬਣੀ ਰਹਿੰਦੀ ਹੈ। ਅਥਵਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੋ ਸਾਰੇ ਜਗਤ ਦੇ ਗੁਰੂ ਹੋਏ ਨੇ, ਉਹਨਾਂ ਦੇ ਦਰਸ਼ਨਾਂ ਦੀ ਇੱਛਾ ਬਣੀ ਰਹਿੰਦੀ ਹੈ। ਪਾਰਸ ਪੇਟ ਪਰਸ ਕਰਿਓ। ਉਹ ਆਪ ਪਾਰਸ ਹਨ ਅਤੇ ਪਾਰਸ ਨੂੰ ਮਿਲ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਵੀ ਪਰਸ ਕਰਿਓ। ਪਰਸਨ ਯੋਗ ਬਣਾ ਦਿੱਤਾ। ਕੋਈ ਪਾਰਸ ਕਿਸੇ ਨੂੰ ਪਾਰਸ ਨਹੀਂ ਬਣਾ ਸਕਦਾ, ਪਰ ਤੁਸੀਂ ਉਹ ਪਾਰਸ ਹੋ ਜਿਨ੍ਹਾਂ ਨੇ
ਚਾਰਨ ਛੋਹ ਬਖਸ਼ਿਸ਼ ਕਰਕੇ ਗੁਰੂ ਰਾਮਦਾਸ ਮਹਾਰਾਜ ਨੂੰ ਵੀ ਪਾਰਸ ਬਣਾ ਦਿੱਤਾ। ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਲਓ ਦਾਸ ਭੱਟ ਜੀ ਕਹਿੰਦੇ ਨੇ ਸਮਰੱਥ ਗੁਰੂ ਸਿਰ ਹੱਥ ਧਰਿਓ। ਸਮਰੱਥ ਗੁਰੂ ਗੁਰੂ ਅਮਰਦਾਸ ਮਹਾਰਾਜ ਸਨ, ਉਹਨਾਂ ਨੇ ਤੁਹਾਡੇ ਸਿਰ ਉੱਤੇ ਮਿਹਰਾਂ ਭਰਿਆ ਹੱਥ ਰੱਖਿਆ। ਫਿਰ ਕੀ ਹੋਇਆ? ਰਾਮਦਾਸ ਗੁਰੂ ਹਰ ਸਤ ਕੀਓ, ਸਤ ਨਿਸ਼ਚੇ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਤਿਗੁਰੂ ਬਣਾ ਦਿੱਤਾ। ਹੱਥ ਗੁਰੂ ਨੇ ਰੱਖਿਆ, ਮਿਹਰ ਅਕਾਲ ਪੁਰਖ ਨੇ ਕੀਤੀ, ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਤਖਤ ਦੇ ਮਾਲਕ ਬਣ ਗਏ। ਅਬ ਰੱਖੋ ਦਾਸ ਭਾਟ ਕੀ ਲਾਜ। ਹੁਣ ਦਾਸ ਭੱਟ ਫਿਰ ਬੇਨਤੀ ਕਰ ਰਿਹਾ ਹੈ, ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਹੁਣ ਆਪਣੇ ਸੇਵਕ ਦਾਸ ਭੱਟ ਦੀ ਲੱਜਿਆ ਰੱਖ ਲਵੋ। ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਖ ਸਫਾਰੇ ਕਰ ਆਜ। ਦ੍ਰਿਸ਼ਟਾਂਤ ਦਿੰਦੇ ਨੇ, ਹੇ ਸਤਿਗੁਰੂ, ਜਿਵੇਂ ਸਤਯੁਗ ਦੇ ਵਿੱਚ ਤੁਸਾਂ ਪ੍ਰਹਿਲਾਦ ਭਗਤ ਦੀ ਲਾਜ ਰੱਖ ਲਈ ਸੀ। ਪ੍ਰਹਿਲਾਦ ਹਰਨਾਕਸ਼ ਦਾ ਪੁੱਤਰ ਸੀ, ਰੱਬ ਦਾ ਭਗਤ ਸੀ। 8 ਸਾਲ ਦੀ ਉਮਰ ਦੇ ਵਿੱਚ ਇਸ ਨੇ ਭਗਤੀ ਕਰਕੇ ਵਾਹਿਗੁਰੂ ਨੂੰ ਪ੍ਰਸੰਨ ਕਰ ਲਿਆ ਸੀ। ਹੁਣ ਇਸ ਦਾ ਪਿਤਾ ਰਾਖਸ਼ ਸੀ, ਤੇ ਉਹਨੂੰ ਇਹ ਗੱਲ ਚੰਗੀ ਨਾ ਲੱਗੀ ਵੀ ਮੇਰਾ ਪੁੱਤਰ ਭਗਤੀ ਕਰੇ, ਰੱਬ ਦਾ ਨਾਮ ਲਵੇ। ਉਸਨੇ ਸਕੂਲ ਪੜ੍ਹਨ ਵਾਸਤੇ ਭੇਜਿਆ। ਉਹ ਉੱਥੇ ਜਾ ਕੇ ਵੀ ਰੱਬ ਦੀ ਭਗਤੀ ਕਰਨੋਂ ਨਾ ਹਟਿਆ। ਜਿਹੜੇ ਅਧਿਆਪਕ ਸਨ ਸੰਡਾ ਤੇ ਮਰਕਾ, ਉਹਨਾਂ ਨੇ ਹਰਨਾਕਸ਼ ਦੇ ਪਾਸ ਸ਼ਿਕਾਇਤ ਕੀਤੀ ਵੀ ਤੇਰਾ ਪੁੱਤਰ ਸਾਡੇ ਆਖੇ ਨਹੀਂ ਲੱਗਦਾ। ਉਸ ਨੂੰ ਡਰਾਇਆ ਗਿਆ, ਧਮਕਾਇਆ ਗਿਆ। ਗੇਰ ਤਰ ਜਲ ਜੁਆਲਾ ਪੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਪਹਾੜ ਤੋਂ ਹੇਠਾਂ ਸੁੱਟਿਆ ਗਿਆ, ਪਾਣੀ ਵਿੱਚ ਡੋਬਿਆ ਗਿਆ, ਅੱਗ ਵਿੱਚ ਸਾੜਿਆ ਗਿਆ, ਪਰ ਪ੍ਰਹਿਲਾਦ ਦੀ ਰੱਖਿਆ ਵਾਹਿਗੁਰੂ ਨੇ ਆਪ ਕੀਤੀ। ਅਖੀਰ ਤੇ ਹਰਨਾਕਸ਼ ਨੇ ਇੱਕ ਲੋਹੇ ਦਾ ਥੰਮ ਤਪਾ ਕੇ ਅੱਗ ਦੇ ਨਾਲ ਲਾਲ ਕਰ ਲਿਆ। ਇੱਕ ਹੱਥ ਵਿੱਚ ਉਹਨੇ ਤਲਵਾਰ ਫੜ ਲਈ। ਪ੍ਰਹਿਲਾਦ ਨੂੰ ਕਹਿੰਦਾ, ਅੱਗੇ ਪਤਾ ਨਹੀਂ ਤੂੰ ਕਿਵੇਂ ਬਚ ਗਿਆ ਹੈ, ਅੱਜ ਤੂੰ ਨਹੀਂ ਬਚ ਸਕੇਗਾ। ਜੇ ਤੇਰਾ ਕੋਈ ਰੱਬ ਹੈ ਜਿਸ ਨੂੰ ਤੂੰ ਮੰਨਦਾ ਹੈ, ਜਿਹਦਾ ਤੂੰ ਨਾਮ ਜਪਦਾ ਹੈ, ਉਹਨੂੰ ਯਾਦ ਕਰ ਲੈ, ਵਰਨਾ ਤੂੰ ਅੱਜ ਮੇਰੇ ਹੱਥੋਂ ਬਚ ਨਹੀਂ ਸਕਦਾ। ਪਹਿਲਾਂ ਤਪਦੇ ਥੰਮ ਨੂੰ ਜੱਫੀ ਪਾਉਣ ਲਈ ਕਿਹਾ। ਪ੍ਰਹਿਲਾਦ ਨੇ ਹੱਸਦਿਆਂ ਹੱਸਦਿਆਂ ਤਪਦੇ ਥੰਮ ਨੂੰ ਜੱਫੀ ਪਾ ਲਈ, ਪਰ ਉਹਦਾ ਵਾਲ ਵੀ ਵਿੰਗਾ ਨਾ ਹੋਇਆ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਫਿਰ ਇਸ ਨੇ ਤਲਵਾਰ ਦੇ ਨਾਲ ਵਾਰ ਕਰਨਾ ਚਾਹਿਆ, ਪਰ ਉਹ ਵੀ ਬੇਅਰਥ ਚਲਿਆ ਗਿਆ। ਫਿਰ ਉਸ ਥੰਮ ਨੂੰ ਪਾੜ ਕੇ ਉਹਦੇ ਵਿੱਚੋਂ ਇੱਕ ਦੇਵੀ ਸ਼ਕਤੀ ਪ੍ਰਗਟ ਹੋਈ, ਜਿਸ ਨੂੰ ਨਰਸਿੰਘ ਆਖਿਆ ਗਿਆ। ਉਸ ਨੇ ਹਰਨਾਕਸ਼ ਦੇ ਨਾਲ ਯੁੱਧ ਕੀਤਾ ਤੇ ਉਸ ਨੂੰ ਨੌਂਦਰਾਂ ਦੇ ਨਾਲ ਪਾੜ ਕੇ ਮਾਰ ਦਿੱਤਾ ਸੀ। ਹੁਣ ਦਾਸ ਭੱਟ ਕਹਿ ਰਿਹਾ ਹੈ, ਜੈਸੇ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ਼ ਫਾਰੇ ਕਰ ਆਜ। ਜਿਵੇਂ ਤੁਸਾਂ ਸਤਯੁਗ ਦੇ ਵਿੱਚ ਪ੍ਰਹਿਲਾਦ ਭਗਤ ਦੀ ਲੱਜਿਆ ਰੱਖੀ, ਤੇ ਜਿਹੜਾ ਹਰਨਾਕਸ਼ ਰਾਜਾ ਇਸ ਦਾ ਪਿਤਾ ਸੀ ਜ਼ਾਲਮ, ਫਾਰੇ ਕਰ ਆਜ। ਕਰ ਆਜ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਵੀ ਹੱਥ ਦੇ ਆਜ, ਨੋਹਾਂ ਦੇ ਨਾਲ, ਹੱਥਾਂ ਦੀਆਂ ਨੌਂਦਰਾਂ ਦੇ ਨਾਲ, ਪੰਜਿਆਂ ਦੇ ਨਾਲ ਉਸ ਨੂੰ ਪਾੜ ਕੇ ਮਾਰ ਦਿੱਤਾ। ਜਿਹੜਾ ਨਰਸਿੰਘ ਅਵਤਾਹਾਂ ਪੁਰਖੇ ਵਿਚਾਰ ਦੱਸਦੇ ਸਨ, ਉਹਦਾ
ਜਿਹੜਾ ਮੂੰਹ ਸੀ ਉਹ ਸ਼ੀਰ ਵਰਗਾ ਸੀ, ਉਹਦਾ ਧੜ ਮਨੁੱਖ ਵਰਗਾ ਸੀ, ਅਤੇ ਜਿਹੜੇ ਉਸ ਦੇ ਪੈਰ ਅਤੇ ਹੱਥ ਸਨ ਉਹ ਸ਼ੇਰ ਦੇ ਪੰਜਿਆਂ ਵਰਗੇ ਸਨ। ਅਤੇ ਫਿਰ ਉਸਨੇ ਨੌਂਦਰਾਂ ਦੇ ਹਰਨਾਕਸ਼ ਫਾਰੇ ਕਰ ਆਜ। ਦੂਜਾ, ਇਹਦੇ ਵਿੱਚ ਵਿਦਵਾਨਾਂ ਨੇ ਆਜ ਦਾ ਅਰਥ ਓਜ ਤੋਂ ਅਤੇ ਊੜਾ ਸਵਰਨੀ ਅੱਖਰ ਮੰਨੇ ਗਏ ਨੇ। ਆਜ ਤੋਂ ਭਾਵ ਓਜ, ਹਰਨਾਕਸ਼ ਫਾਰੇ ਕਰ ਆਜ। ਤੁਸੀਂ ਹੱਥਾਂ ਦਾ ਆਜ ਓਜ ਬਲ ਕਰਕੇ, ਹੱਥਾਂ ਦੇ ਜ਼ੋਰ ਦੇ ਨਾਲ ਹਰਨਾਕਸ਼ ਫਾਰੇ, ਹਰਨਾਕਸ਼ ਨੂੰ ਨੌਂਦਰਾਂ ਨਾਲ ਪਾੜ ਕੇ ਮਾਰ ਦਿੱਤਾ। ਲਾਜ ਰਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ। ਹੇ ਪ੍ਰਭੂ ਜੀ, ਹੇ ਵਾਹਿਗੁਰੂ ਜੀ, ਫਿਰ ਤੁਸੀਂ ਦ੍ਰੋਪਦੀ ਦੀ ਲਾਜ ਰੱਖੀ ਹੈ। ਦੁਆਪਰ ਦੇ ਵਿੱਚ ਦ੍ਰੋਪਦੀ ਦੇ ਚੀਰ ਹਰਨ ਹੋ ਰਹੇ ਸਨ। ਦੁਸ਼ਾਸਨ ਕੀ ਸਭਾ ਦ੍ਰੋਪਦੀ ਅੰਬਰ ਲੇਤ ਉਬਾਰੀ ਗਲੇ। ਦ੍ਰੋਪਦੀ ਨੇ ਅਕਾਲ ਪੁਰਖ, ਫਿਰ ਤੁਸਾਂ ਉਹਦੀ ਲਾਜ ਰੱਖੀ। ਸ਼ੀਨਤ ਬਸਤਰ ਦੀਨ ਬਹੁ ਸਾਜ, ਉਹ ਉਹਦੇ ਬਸਤਰਾਂ ਨੂੰ ਉਤਾਰ ਰਹੇ ਸਨ, ਪਾੜ ਰਹੇ ਸਨ। ਦੀਨ ਬਹੁ ਸਾਜ, ਤੁਸੀਂ ਬਹੁਤ ਸਾਜ ਸਾਜੋ ਸਾਮਾਨ ਉਹਨੂੰ ਬਸਤਰਾਂ ਦੇ ਅੰਬਾਰ ਬਖਸ਼ਿਸ਼ ਕਰ ਦਿੱਤੇ। ਭਾਵ ਜਦੋਂ ਦੁਸ਼ਾਸਨ ਦੀ ਸਭਾ ਦੇ ਵਿੱਚ ਦ੍ਰੋਪਦੀ ਦੇ ਬਸਤਰ ਉਤਾਰਨ ਦਾ ਹੁਕਮ ਹੋਇਆ ਤੇ ਉਸਨੇ ਵਾਹਿਗੁਰੂ ਨੂੰ ਯਾਦ ਕੀਤਾ, ਤੇ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਉਹਦੀ ਲੱਜਿਆ ਰੱਖੀ ਤੇ ਇਹਦੀ ਸਾੜੀ ਨਾ ਉਤਾਰ ਸਕੇ। ਜਿਵੇਂ ਜਿਵੇਂ ਸਾੜੀ ਲਾਉਣ ਤੇ ਸਾੜੀ ਹੋਰ ਵਧੀ ਜਾਵੇ, ਥਾਨਾਂ ਦੇ ਥਾਨ ਢੇਰ ਲੱਗੇ, ਪਰ ਇਹ ਇਸ ਨੂੰ ਨਗਨ ਨਾ ਕਰ ਸਕੇ। ਇਉਂ ਸੱਚੇ ਪਾਤਸ਼ਾਹ ਜਿਵੇਂ ਤੁਸੀਂ ਦ੍ਰੋਪਦੀ ਦੀ ਲਾਜ ਰੱਖੀ, ਇਸੇ ਤਰ੍ਹਾਂ ਸਾਡੀ ਵੀ ਲਾਜ ਰੱਖੋ। ਇਹਦੇ ਪਿੱਛੇ ਵੀ ਇੱਕ ਕਾਰਨ ਸੀ, ਮਹਾਂਪੁਰਖ ਦੱਸਦੇ ਸਨ। ਇੱਕ ਵਾਰੀ ਦ੍ਰੋਪਦੀ ਗੰਗਾ ਵਿੱਚ ਇਸ਼ਨਾਨ ਕਰਨ ਵਾਸਤੇ ਗਈ। ਕੋਈ ਸਾਧੂ ਸੀ, ਉਹ ਗੰਗਾ ਵਿੱਚ ਇਸ਼ਨਾਨ ਕਰ ਰਿਹਾ ਸੀ। ਉਹਦੇ ਤੇੜ ਲੰਗੋਟੀ ਪਹਿਨੀ ਹੋਈ ਸੀ। ਉਹ ਗੰਗਾ ਦੇ ਤੇਜ਼ ਵਹਾਅ ਦੇ ਵਿੱਚ ਉਹਦੀ ਲੰਗੋਟੀ ਰੁੜ ਗਈ। ਹੁਣ ਉਹ ਸਾਧੂ ਗੰਗਾ ਦੇ ਪਾਣੀ ਵਿੱਚ ਖਲੋਤਾ, ਪਾਣੀ ਵੀ ਠੰਡਾ ਹੈ, ਬਾਹਰ ਨਿਕਲਣਾ ਚਾਹੁੰਦਾ ਹੈ ਪਰ ਬਾਹਰ ਨਿਕਲ ਨਹੀਂ ਸਕਦਾ। ਕਿਉਂ? ਹੁਣ ਦ੍ਰੋਪਦੀ ਬਾਹਰ ਖੜੀ ਸੀ ਤੇ ਉਸ ਦ੍ਰੋਪਦੀ ਨੇ ਉਸ ਸਾਧੂ ਨੂੰ ਬੇਨਤੀ ਕੀਤੀ, ਮਹਾਤਮਾ ਜੀ ਹੁਣ ਤੁਸੀਂ ਬਾਹਰ ਆ ਜਾਓ, ਮੈਂ ਵੀ ਇਸ਼ਨਾਨ ਕਰ ਲਵਾਂ। ਉਹ ਸਾਧੂ ਕਹਿਣ ਲੱਗਾ, ਬੀਬਾ ਬੇਟੀ, ਮੇਰੇ ਕੋਲ ਬਸਤਰ ਨਹੀਂ ਹੈ, ਮੈਂ ਨਗਨ ਹਾਲਤ ਵਿੱਚ ਬਾਹਰ ਨਹੀਂ ਆ ਸਕਦਾ। ਉਸ ਵੇਲੇ ਦ੍ਰੋਪਦੀ ਨੇ, ਉਸਨੇ ਸਾੜੀ ਪਹਿਨੀ ਹੋਈ ਸੀ, ਉਸ ਦਾ ਕੁਝ ਕੱਪੜਾ ਪਾੜ ਕੇ ਕੋਈ 1.5-2 ਗਜ ਦਾ ਸਾਧੂ ਨੂੰ ਦੇਣਾ ਚਾਹਿਆ। ਉਹ ਸਾਧੂ ਗੰਗਾ ਦੇ ਵਿੱਚ ਖਲੋਤਾ ਸੀ। ਉਹ ਜਿਵੇਂ ਜਿਵੇਂ ਉਸ ਨੂੰ ਬਸਤਰ ਪਾੜ ਕੇ ਦੇਣ ਲੱਗੀ, ਉੱਥੋਂ ਤੱਕ ਪਹੁੰਚਿਆ ਨਾ, ਕਿਉਂਕਿ ਬਸਤਰ ਕੋਈ ਬਹੁਤੀ ਭਾਰੀ ਨਿੱਗਰ ਜੀ ਤਾਂ ਹੁੰਦੀ ਨਹੀਂ। ਉਹ ਪਾਣੀ ਵਿੱਚ ਹੀ ਰੁੜਦਾ ਗਿਆ। ਆਖਿਰ ਉਹਦੇ ਕੋਲੇ ਆਪਣੇ ਹੀ ਤੇੜ ਪਹਿਨਣ ਜੋਗਾ ਬਸਤਰ ਰਹਿ ਗਿਆ, ਬਾਕੀ ਸਾਰਾ ਉਸ ਸਾਧੂ ਨੂੰ ਭੇਟ ਕਰ ਦਿੱਤਾ। ਤੇ ਅਖੀਰ ਦੇ ਉੱਤੇ ਕੁਝ ਬਸਤਰ ਉਸ ਸਾਧੂ ਦੇ ਹੱਥ ਲੱਗਿਆ ਤੇ ਉਸ ਸਾਧੂ ਨੇ ਫਿਰ ਉਸ ਵੇਲੇ ਇਹ ਬਚਨ ਕੀਤਾ ਸੀ, ਐ ਦ੍ਰੋਪਦੀ, ਐ ਬੇਟੀ, ਜਿਵੇਂ ਤੂੰ ਮੇਰੀ ਲਾਜ ਰੱਖ ਲਈ ਤੇ ਵਾਹਿਗੁਰੂ ਤੇਰੀ ਲਾਜ ਰੱਖੇਗਾ। ਇਸੇ ਕਾਰਨ ਹੁਣ ਜਿਵੇਂ ਮਹਾਰਾਜ ਆਪ ਜੀ ਨੇ ਦ੍ਰੋਪਦੀ ਦੀ ਲੱਜਿਆ ਰੱਖੀ ਤੇ ਇਹ ਉਹਦੇ ਚੀਰ ਹਰਨ ਹੋ ਰਹੇ ਸਨ ਤੇ ਤੁਸੀਂ ਉਹ ਬਸਤਰਾਂ ਦੇ ਢੇਰ ਲਾ ਦਿੱਤੇ। ਤੇ ਫਿਰ ਉਹ ਕਿਸੇ ਕਵੀ ਨੇ ਲਿਖਿਆ ਹੈ, ਸਾਰੀ ਹੂੰ ਕੀ ਨਾਰੀ ਹੈ ਕਿ ਨਾਰੀ ਹੂੰ ਕੀ ਸਾਰੀ ਹੈ। ਹੁਣ ਪਤਾ ਨਹੀਂ ਸੀ ਲੱਗ ਰਿਹਾ ਵੀ ਇਹ ਸਾਰੀ ਹੂੰ ਕੀ ਨਾਰੀ ਹੈ, ਵੀ ਇਹ ਸਾੜੀਆਂ ਦੀ ਇਸਤਰੀ ਬਣੀ ਹੈ, ਵੀ ਕੱਪੜਾ ਹੀ ਇਹਦੇ ਆਲੇ ਦੁਆਲੇ ਲਪੇਟਿਆ ਹੋਇਆ, ਜਾਂ ਇਹ ਇਸਤਰੀ ਦੀ ਸਾੜੀ ਜਾਂ ਇਹ
ਸਾੜੀ ਹੀ ਇਸਤਰੀ ਬਣੀ ਹੋਈ ਹੈ। ਭਾਵ ਉਸ ਦੀ ਲੱਜਿਆ ਵਾਹਿਗੁਰੂ ਪਰਮੇਸ਼ਰ ਨੇ ਰੱਖੀ ਸੀ। ਸੋ ਦਾਮਾ ਅਪਦਾ ਤੇ ਰਾਖਿਆ, ਗਨ ਕਾ ਪੜਤ ਪੂਰੇ ਤਿਹ ਕਾਜ। ਸੁਦਾਮਾ ਬ੍ਰਾਹਮਣ ਸੀ, ਕ੍ਰਿਸ਼ਨ ਜੀ ਦਾ ਬਾਲ ਸਖਾਈ ਮਿੱਤਰ ਸੀ। ਉਹਦੇ ਘਰ ਬਹੁਤ ਗਰੀਬੀ ਹੋ ਗਈ। ਸੁਦਾਮੇ ਦੀ ਘਰਵਾਲੀ ਕਹਿਣ ਲੱਗੀ, ਕ੍ਰਿਸ਼ਨ ਦੁਆਰਕਾ ਦਾ ਰਾਜਾ ਹੈ, ਤੁਸੀਂ ਉਹਦੇ ਬਾਲ ਸਖਾਈ ਮਿੱਤਰ ਹੋ, ਇਕੱਠੇ ਪੜ੍ਹੇ ਹੋ, ਹੁਣ ਆਪਣੇ ਘਰੇ ਇੰਨੀ ਗਰੀਬੀ ਹੈ, ਤੂੰ ਉਹਨਾਂ ਕੋਲੋਂ ਜਾ ਕੇ ਕੁਛ ਮੰਗ ਲਿਆ, ਆਪਣੀ ਗਰੀਬੀ ਦੂਰ ਹੋ ਜਾਵੇ। ਪਰ ਇਹ ਸੰਗਦਾ ਤੇ ਡਰਦਾ ਜਾਵੇ ਨਾ। ਜਦੋਂ ਬਹੁਤੀ ਗਰੀਬੀ ਹੋ ਗਈ, ਫਿਰ ਘਰਵਾਲੀ ਨੇ ਪ੍ਰੈਸ਼ਰ ਪਾਇਆ ਵੀ ਤੈਨੂੰ ਜਾਣਾ ਹੀ ਪੈਣਾ। ਫਿਰ ਇਹਦੇ ਮਨ ਦੇ ਵਿੱਚ ਪੁਰਾਣੀ ਘਟਨਾ ਯਾਦ ਆ ਗਈ। ਜਦੋਂ ਸੰਦੀਪਨ ਗੁਰੂ ਦੇ ਪਾਸ ਸੁਦਾਮਾ ਤੇ ਕ੍ਰਿਸ਼ਨ ਜੀ ਵਿਦਿਆ ਪੜ੍ਹ ਰਹੇ ਸਨ, ਇੱਕ ਦਿਨ ਇਹਨਾਂ ਨੂੰ ਗਊਆਂ ਚਾਰਨ ਵਾਸਤੇ ਭੇਜਿਆ। ਸਰਦੀ ਦੇ ਦਿਨ ਸਨ, ਸੁਦਾਮੇ ਕੋਲੇ ਕੋ ਚੌਲ ਸਨ, ਤੇ ਇਸ ਨੇ ਬੁੱਕਲ ਜੀ ਮਾਰ ਕੇ, ਝੁੰਬਲ ਵੱਟਾ ਜਾਂ ਮਾਰ ਕੇ, ਇੱਕ ਦਰਖਤ ਦੇ ਹੇਠਾਂ ਬੈਠ ਕੇ ਚੌਲ ਖਾਣ ਲੱਗਿਆ, ਚੋਰੀ ਮੂੰਹ ਲੁਕੋ ਕੇ। ਕ੍ਰਿਸ਼ਨ ਜੀ ਥੋੜ੍ਹੀ ਦੂਰੀ 'ਤੇ ਬੈਠੇ ਸਨ। ਉਹਨੂੰ ਪੁੱਛਣ ਲੱਗੇ, ਸੁਦਾਮਿਆ ਇਹ ਕੀ ਕਰਦਾ ਹੈ? ਕਹਿੰਦਾ ਜੀ ਕੁਝ ਨਹੀਂ। ਕਹਿੰਦੇ ਤੇਰੇ ਦੰਦ ਕਿਉਂ ਖੜਕਦੇ ਨੇ, ਦੰਦ ਕਿਉਂ ਆਵਾਜ਼ ਕਰਦੇ ਨੇ? ਕਹਿੰਦਾ ਜੀ ਪਾਲਾ ਬਹੁਤ ਲੱਗਦਾ, ਦੰਦ ਵੱਜਦੇ ਨੇ। ਤੇ ਉਹਨਾਂ ਨੇ ਆ ਕੇ ਉਹਦੀ ਬੁੱਕਲ ਜੀ ਲਾਹ ਦਿੱਤੀ। ਹੁਣ ਗੁਰਭਾਈ ਸਨ, ਇੰਨੀ ਤਾਂ ਚਲੋ ਇਲਤ ਕਰ ਹੀ ਲੈਂਦੇ ਆ। ਉਹ ਉਸ ਵੇਲੇ ਚੌਲ ਖਾ ਰਿਹਾ ਸੀ ਚੋਰੀ ਚੋਰੀ। ਕ੍ਰਿਸ਼ਨ ਜੀ ਦੇ ਮੂੰਹੋਂ ਸੁਭਾਵਕ ਬਚਨ ਨਿਕਲਿਆ, ਸੁਦਾਮਿਆ ਚੌਲ ਹੀ ਸਨ ਨਾ, ਮੈਂ ਤੇਰੇ ਚੌਲਾਂ ਦਾ ਭੁੱਖਾ ਤੇ ਨਹੀਂ ਸੀ। ਤੂੰ ਮੇਥੋਂ ਚੋਰੀ ਛੁਪਾ ਕੇ ਚੌਲ ਵੀ ਖਾਧੇ, ਫਿਰ ਝੂਠ ਬੋਲਿਆ। ਜਾਓ ਇਹ ਦਲਿਦਰੀਆ। ਬਸ ਇੰਨਾ ਕਹਿਣ ਦੀ ਦੇਰ ਸੀ, ਉਹਦੇ ਘਰੇ ਦਲਿੱਦਰ ਪੈ ਗਿਆ, ਗਰੀਬੀ ਆ ਗਈ। ਫਿਰ ਉਸ ਤੋਂ ਬਾਅਦ ਜਦੋਂ ਘਰਵਾਲੀ ਨੇ ਭੇਜਿਆ, ਹੁਣ ਸੁਦਾਮਾ ਸੋਚਦਾ ਜਾਵੇ ਵੀ ਮੈਂ ਕ੍ਰਿਸ਼ਨ ਜੀ ਕੋਲ ਚੱਲਿਆ, ਉਹ ਦੁਆਰਕਾ ਦੇ ਰਾਜੇ ਨੇ, ਕੀ ਮੈਨੂੰ ਭੁੱਲ ਤਾਂ ਨਹੀਂ ਗਏ ਹੋਣਗੇ, ਮੈਨੂੰ ਪਛਾਣ ਲੈਣਗੇ? ਕਈ ਵਾਰ ਐਸਾ ਵੀ ਹੁੰਦਾ ਜਿਹੜਾ ਦੁਨਿਆਵੀ ਬੰਦਾ ਹੁੰਦਾ ਹੈ, ਐਸੋ ਕੋ ਜਨਮਿਓ ਪਵ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਉਹਨੂੰ ਆਪਣੀ ਅਮੀਰੀ ਦਾ, ਬਾਦਸ਼ਾਹਤ ਦਾ, ਰਾਜਗੀਰੀ ਦਾ ਹੰਕਾਰ ਵੀ ਹੋ ਜਾਂਦਾ ਹੈ। ਉਹ ਆਪਣੇ ਮਿੱਤਰਾਂ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ ਭੁੱਲ ਵੀ ਜਾਂਦਾ ਹੈ, ਕਿਧਰੇ ਐਸੀ ਗੱਲ ਨਾ ਹੋਵੇ। ਪਰ ਜਦੋਂ ਸੁਦਾਮਾ ਡਰਦਾ ਡਰਦਾ ਦੁਆਰਕਾ ਪਹੁੰਚਿਆ, ਜਿੱਥੇ ਦਰਸ਼ਨੀ ਦਰਵਾਜ਼ਾ ਸੀ, ਉੱਥੇ ਜਾ ਕੇ ਦੁਆਰਪਾਲ ਨੂੰ ਮਿਲਿਆ ਤੇ ਜਾ ਕੇ ਸੁਨੇਹਾ ਦਿੱਤਾ ਵੀ ਜਾਓ, ਜਾ ਕੇ ਕ੍ਰਿਸ਼ਨ ਭਗਵਾਨ ਜੀ ਨੂੰ ਕਹਿ ਦਿਓ ਤੁਹਾਡਾ ਬਾਲ ਸਖਾਈ ਮਿੱਤਰ ਸੁਦਾਮਾ ਮਿਲਣ ਵਾਸਤੇ ਆਏ। ਕ੍ਰਿਸ਼ਨ ਜੀ ਸਿੰਘਾਸਨ 'ਤੇ ਬੈਠੇ ਸਨ। ਫਟਾਫਟ ਉੱਠੇ, ਨੰਗੇ ਪੈਰੀਂ ਸੁਦਾਮੇ ਦਾ ਸਵਾਗਤ ਕਰਨ ਲਈ ਪਹੁੰਚ ਗਏ। ਹੱਥ ਵਿੱਚ ਜਲ ਲਿਆ ਹੋਇਆ ਸੀ। ਕਹਿਣ ਲੱਗੇ, ਲੋ ਪੈਰ ਧੋਵੋ, ਆ ਜਾਓ ਸਾਡੇ ਸਿੰਘਾਸਨ 'ਤੇ ਨਾਲ ਬਿਠਾਇਆ। ਤੇ ਫਿਰ ਨਾਲ ਹੀ ਕਹਿਣ ਲੱਗੇ, ਸੁਦਾਮਿਆ ਇੰਨੀ ਦੇਰ ਬਾਅਦ ਕਿਉਂ ਆਇਆ, ਪਹਿਲਾਂ ਆ ਜਾਂਦਾ। ਕਹਿੰਦਾ ਮਹਾਰਾਜ ਕੋਈ ਸਬੱਬ ਹੀ ਨਹੀਂ ਬਣਿਆ, ਜਦੋਂ ਤੁਸੀਂ ਸੱਦਿਆ ਉਦੋਂ ਹੀ ਆਉਣਾ ਸੀ। ਫਿਰ ਕਹਿਣ ਲੱਗੇ, ਸੁਦਾਮਿਆ ਸਾਡੇ ਵਾਸਤੇ ਕੀ ਲੈ ਕੇ ਆਏ ਆ? ਇਹ ਥੋੜ੍ਹੇ ਜਿਹੇ ਚੌਲ ਪੋਟਲੀ ਵਿੱਚ ਬੰਨ੍ਹ ਕੇ ਲਿਆਇਆ ਸੀ। ਕਹਿੰਦਾ ਮਹਾਰਾਜ ਮੈਂ ਕੀ ਲਿਆਉਣ ਜੋਗਾ ਹਾਂ, ਤੁਹਾਨੂੰ ਪਤਾ ਹੀ ਆ ਨਾ ਮੇਰੀ ਹਾਲਤ ਦਾ, ਮੈਂ ਤਾਂ ਬੜਾ ਗਰੀਬ ਹਾਂ। ਕਹਿੰਦੇ ਜੋ ਵੀ ਕੁਛ ਲੈ ਕੇ ਆਇਆ ਉਹ ਸਾਨੂੰ ਦੇ। ਇਸ ਨੇ ਡਰਦਿਆਂ ਡਰਦਿਆਂ, ਸ਼ਰਮਾਉਂਦਿਆਂ ਉਹ ਚੌਲਾਂ ਦੀ ਪੋਟਲੀ ਜਿਹਦੇ ਵਿੱਚ ਪਾਈ ਅੱਧਾ ਕਿਲੋ ਚੌਲ ਹੋਣਗੇ, ਉਹ ਅੱਗੇ ਕਰ ਦਿੱਤੀ। ਕਹਿੰਦਾ ਮਹਾਰਾਜ ਮੈਂ ਤਾਂ ਗਰੀਬ ਹਾਂ, ਮੇਰੇ ਕੋਲ ਇੰਨਾ ਹੀ ਸਰਦਾ ਸੀ, ਉਹ ਮੈਂ ਲੈ ਆਇਆ।
ਉਹਦੇ ਉਹੀ ਮੁੱਠੀ ਪਰ ਚੌਲ ਖਾ ਕੇ ਕ੍ਰਿਸ਼ਨ ਜੀ ਕਹਿਣ ਲੱਗੇ, ਸੁਦਾਮਿਆ ਤੇਰੇ ਚੌਲ ਇੰਨੇ ਸਵਾਦ ਲੱਗੇ ਨੇ, ਬਸ ਰੱਬ ਕਰੇ ਤੇਰੀ ਸਾਰੀ ਗਰੀਬੀ ਚੱਕ ਦੇਵੇ। ਬਚਨ ਕਹਿਣ ਦੀ ਦੇਰ ਸੀ, ਬਸ ਉਸੇ ਵੇਲੇ ਇਸ ਦੀ ਗਰੀਬੀ ਚੁੱਕੀ ਗਈ ਤੇ ਬੜੇ ਮਹਿਲਾਂ ਦਾ ਮਾਲਕ ਬਣ ਗਿਆ। ਜਦੋਂ ਦੁਆਰਕਾ ਤੋਂ ਵਾਪਸ ਮੁੜ ਕੇ ਆਇਆ, ਇਹ ਤੇ ਜਿੱਥੇ ਇਹਦਾ ਪੁਰਾਣਾ ਘਰ ਸੀ, ਕੱਚਾ ਪੱਕਾ ਜਿਹੋ ਜਿਹਾ ਵੀ ਸੀ, ਉੱਥੇ ਲੱਭਦਾ ਫਿਰੇ ਮੇਰੇ ਘਰ ਵਾਲੀ, ਮੇਰਾ ਪਰਿਵਾਰ ਉੱਥੇ ਮਿਲੇਗਾ। ਪਰ ਉਹ ਤਾਂ ਉੱਪਰ ਮਹਿਲਾਂ ਤੇ ਖੜੀ ਘਰ ਵਾਲੀ ਆਵਾਜ਼ਾਂ ਮਾਰੇ, ਸੁਦਾਮਿਆ ਇੱਧਰ ਆ ਜਾ, ਆ ਆਪਣਾ ਘਰ ਬਣ ਗਿਆ, ਆ ਆਪਣਾ ਮਹਿਲ ਰੱਬ ਨੇ ਦਿੱਤਾ ਹੈ। ਇਉਂ ਭਾਈ ਜਿਨ੍ਹਾਂ 'ਤੇ ਵਾਹਿਗੁਰੂ ਪ੍ਰਸੰਨ ਹੋ ਜਾਂਦਾ ਹੈ ਨਾ, ਫਿਰ ਉਹਨਾਂ ਦੀ ਇਉਂ ਲਾਜ ਰੱਖਦਾ ਹੈ। ਸੁਦਾਮਾ ਅਪਦਾ 'ਤੇ ਰੱਖਿਆ। ਸੁਦਾਮੇ ਨੂੰ ਵਿਪਤਾ ਤੋਂ, ਦਲਿੱਦਰ ਤੋਂ ਵਾਹਿਗੁਰੂ ਨੇ ਬਚਾਇਆ, ਉਸ ਦੀ ਗਰੀਬੀ ਨੂੰ ਦੂਰ ਕੀਤਾ। ਗਨਕਾ ਪੜਤ ਪੂਰੇ ਤਿਹ ਕਾਜ। ਗਨਕਾ ਦਾ ਅਰਥ ਹੈ ਵੇਸਵਾ, ਜਿਹੜੀ ਤੋਤੇ ਨੂੰ ਰਾਮ ਰਾਮ ਪੜ੍ਹਾਉਂਦੀ ਸੀ। ਗਨਕਾ ਉਧਰੀ ਹਰ ਕਹਿ ਤੋਤ, ਪੂਰੇ ਤੇ ਕਾਜ, ਉਹਦੇ ਵੀ ਕੰਮ ਪੂਰੇ ਕਰ ਦਿੱਤੇ, ਭਾਵ ਵਿਸਵਾ ਦਾ ਵੀ ਉਧਾਰ ਕਰ ਦਿੱਤਾ। ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ, ਰੱਖੋ ਦਾਸ ਭਾਟ ਕੀ ਲਾਜ। ਦਾਸ ਪਾਠ ਕਹਿ ਰਿਹਾ ਹੈ ਸ਼੍ਰੀ ਸ਼੍ਰੋਮਣੀ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋ ਪ੍ਰਸੰਨ ਕਲਯੁਗ ਹੋਏ। ਇਸ ਕਲਯੁਗ ਦੇ ਵਿੱਚ ਤੁਸੀਂ ਸੋ ਭਲੀ ਪ੍ਰਕਾਰ ਪ੍ਰਸੰਨ ਹੋ ਕੇ ਦਾਸ ਪੱਟ ਦੀ ਵੀ ਲੱਜਿਆ ਰੱਖ ਲਵੋ। ਜਿਵੇਂ ਪਹਿਲੇ ਯੁਗਾਂ ਵਿੱਚ ਤੁਸੀਂ ਆਪਣੇ ਸੇਵਕਾਂ ਦੀ, ਭਗਤਾਂ ਦੀ ਲਾਜ ਰੱਖੀ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਹੁਣ ਦਾਸ ਭੱਟ ਦੀ ਵੀ ਲੱਜਿਆ ਰੱਖ ਲਵੋ। ਝੋਲਣਾ ਗੁਰੂ ਗੁਰ, ਗੁਰੂ ਗੁਰ, ਗੁਰੂ ਜਪ ਪ੍ਰਾਨਿਓ। ਲਓ ਹੁਣ ਅੱਗੇ ਝੋਲਣਾ ਛੰਦ ਦਾ ਨਾਮ ਹੈ। ਝੋਲਣੇ ਛੰਦ ਵਿੱਚ ਭੱਟ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਮਹਿਮਾ ਉਚਾਰਨ ਕਰ ਰਹੇ ਹਨ। ਪ੍ਰਾਨਿਓ, ਇਹ ਪ੍ਰਾਣਾਧਾਰੀ ਜੀਵੋ, ਗੁਰੂ ਗੁਰ, ਗੁਰੂ ਗੁਰ, ਗੁਰੂ ਜਪ ਪ੍ਰਾਨਿਓ। ਤੁਸੀਂ ਹਰ ਵੇਲੇ ਗੁਰੂ ਗੁਰੂ, ਗੁਰੂ ਗੁਰੂ, ਗੁਰੂ ਗੁਰੂ ਜਪਿਆ ਕਰੋ, ਅਥਵਾ ਹਰ ਵੇਲੇ ਧੰਨ ਸਤਿਗੁਰੂ, ਧੰਨ ਸਤਿਗੁਰੂ, ਧੰਨ ਸਤਿਗੁਰੂ, ਧੰਨ ਸਤਿਗੁਰੂ, ਧੰਨ ਸਤਿਗੁਰੂ ਜਪਿਆ ਕਰੋ। 5 ਵਾਰੀ ਆਣਾ। ਅਥਵਾ ਤੁਸੀਂ ਹਰ ਵੇਲੇ ਆਪਣੀ ਰਸਨਾ ਤੋਂ ਵਾਹਿਗੁਰੂ 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 ਇਉਂ ਜਪਿਆ ਕਰੋ। ਜਿੱਥੇ ਜਪਣ ਦੀ ਗੱਲ ਹੋਵੇ ਉੱਥੇ ਵਾਹਿਗੁਰੂ ਗੁਰ ਮੰਤਰ ਹੈ, ਉਹੀ ਜਪਣ ਯੋਗ ਹੈ। ਸ਼ਬਦ ਹਰ ਹਰ ਜਪੈ, ਨਾਮ ਨਵ ਨਿਧ ਅਪੈ। ਪੜ੍ਹਦੇ ਹੋ। ਰਸਨ ਅਹਨਿਸ ਰਸੈ, ਸਤ ਕਰ ਜਾਣਿਓ। ਲੋ ਪਟ ਕਹਿੰਦੇ ਨੇ ਇਸ ਗੱਲ ਨੂੰ ਸੱਚੀ ਕਰਕੇ ਜਾਣਿਓ, ਸਤ ਕਰ ਜਾਣਿਓ। ਇਸ ਗੱਲ ਨੂੰ ਸੱਚੀ ਕਰਕੇ ਜਾਣਿਓ। ਕਿਹੜੀ ਗੱਲ ਨੂੰ? ਸ਼ਬਦ ਹਰ ਹਰ ਜਪੈ। ਜਿਹੜਾ ਗੁਰਸਿੱਖ ਗੁਰੂ ਦੇ ਸ਼ਬਦ ਦੁਆਰਾ ਹਰ ਹਰ ਜਪੈ, ਗੁਰੂ ਸ਼ਬਦ ਨੂੰ ਵੀ ਭਾਵ ਗੁਰ ਮੰਤਰ ਨੂੰ ਪ੍ਰਾਪਤ ਕਰਕੇ ਹਰ ਹਰ ਜਪੈ, ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਨਾਮ ਨਵਨਿਧ ਅਪੈ, ਅਤੇ ਉਸ ਨੂੰ 9 ਨਿਧੀਆਂ ਦਾ ਖਜ਼ਾਨਾ ਵਾਹਿਗੁਰੂ ਦਾ ਨਾਮ। ਅਪੈ ਦਾ ਅਰਥ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਰਪਣ ਕਰ ਦਿੰਦੇ ਨੇ, ਬਖਸ਼ਿਸ਼ ਕਰ ਦਿੰਦੇ ਨੇ। ਜੋ ਗੁਰੂ ਸ਼ਬਦ ਦੁਆਰਾ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਅਤੇ ਗੁਰੂ ਮਹਾਰਾਜ ਉਸ ਨੂੰ 9 ਨਿਧੀਆਂ ਦਾ ਖਜ਼ਾਨਾ ਜੋ ਵਾਹਿਗੁਰੂ ਦਾ ਨਾਮ ਹੈ ਉਸ ਨੂੰ ਹੋਰ ਬਖਸ਼ਿਸ਼ ਕਰ ਦਿੰਦੇ ਹਨ। ਰਸਨ ਅਹਨਸ ਰਸੈ, ਫਿਰ ਉਹ ਦਿਨ ਰਾਤ ਆਪਣੀ ਰਸਨਾ ਤੋਂ, ਰਸੈ ਦਾ ਅਰਥ ਹੈ ਪ੍ਰੇਮ ਦੇ ਨਾਲ ਵਾਹਿਗੁਰੂ 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 ਜਪਦਾ ਹੈ ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਦੀਆਂ ਹੋਰ ਵੀ ਝੋਲੀਆਂ ਭਰ ਦਿੰਦੇ ਨੇ। ਇਹਦਾ ਮਤਲਬ ਇਹ ਹੈ, ਪਹਿਲਾਂ ਪਹਿਲਾਂ ਜਦੋਂ ਮਨੁੱਖ ਰਸਨਾ ਤੋਂ ਨਾਮ ਜਪਦਾ ਹੈ ਉਹਨੂੰ ਉਹ ਵੀ ਔਖਾ ਲੱਗਦਾ,
ਰਸਨਾ ਤੋਂ ਜਪਦਿਆਂ ਜਪਦਿਆਂ ਪਹਿਲਾਂ ਬੈਖਰੀ ਬਾਣੀ ਦੁਆਰਾ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਫਿਰ ਮਧਮਾ ਬਾਣੀ ਦੁਆਰਾ ਫਿਰ ਉਹ ਵਾਹਿਗੁਰੂ ਦਾ ਜਾਪ ਕਰਦਾ ਹੈ, ਇਹ ਦੂਜੀ ਸਟੇਜ ਹੈ। ਫਿਰ ਪਸੰਤੀ ਬਾਣੀ ਦੁਆਰਾ ਵਾਹਿਗੁਰੂ ਦਾ ਉਹ ਸਿਮਰਨ ਕਰਨ ਲੱਗ ਜਾਂਦਾ ਹੈ। ਫਿਰ ਪਰਾ ਬਾਣੀ ਦੁਆਰਾ ਰਸਨ ਅਹਨਸ ਰਸ ਹੈ, ਰਾਤ ਦਿਨ ਨਾਮ ਦੇ ਨਾਲ ਜੁੜਿਆ ਰਹਿੰਦਾ। ਫਿਰ ਸੁਰਤ ਸੁੱਤੀ ਪਈ ਵੀ ਵਾਹਿਗੁਰੂ ਦਾ ਨਾਮ ਜਪਦੀ ਰਹਿੰਦੀ ਹੈ। ਅਤੇ ਇਸ ਤਰ੍ਹਾਂ ਦੀਆਂ ਇਹ ਦਾਤਾਂ ਆਪ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੀਆਂ ਹਨ। ਫੁਨ ਪ੍ਰੇਮ ਰੰਗ ਪਾਈਐ, ਗੁਰਮੁਖ ਹੈ ਧਿਆਈਐ। ਅਨ ਮਾਰਗ ਤਜਹੁ, ਭਜਹੁ ਹਰ ਗਿਆਨੀਓ। ਲਓ ਹੁਣ ਅੱਗੇ ਪਾਠ ਕਹਿ ਰਹੇ ਨੇ, ਫੁਨ ਪ੍ਰੇਮ ਰੰਗ ਪਾਈਏ। ਇਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਫੁਨ ਦਾ ਅਰਥ ਹੈ ਫੇਰ। ਜਦੋਂ ਮਨੁੱਖ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਂਦਾ ਹੈ ਫਿਰ ਪ੍ਰੇਮ ਰੰਗ ਪਾਈਏ, ਪਰ ਪ੍ਰੇਮ ਦਾ ਰੰਗ ਪ੍ਰਾਪਤ ਹੋ ਜਾਂਦਾ। ਭਾਵ ਨਾਮ ਦੇ ਨਾਲ ਪ੍ਰੇਮ ਵੀ ਜ਼ਰੂਰੀ ਹੈ। ਮਹਾਂਪੁਰਖ ਵਿਚਾਰ ਦੱਸਦੇ ਸਨ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਸਾਬਣ ਹੈ, ਪ੍ਰੇਮ ਜਲ ਹੈ। ਜੇ ਕੋਈ ਕੱਪੜਾ ਮੈਲਾ ਹੋ ਜਾਵੇ ਆਪਾਂ ਉਹਨੂੰ ਸਾਬਣ ਦੇ ਨਾਲ ਧੋਨੇ ਆ, ਪਰ ਜੇ ਪਾਣੀ ਨਾ ਹੋਵੇ ਫਿਰ ਵੀ ਸਾਬਣ ਦੇ ਨਾਲ ਕੱਪੜਾ ਸਾਫ਼ ਨਹੀਂ ਹੋ ਸਕਦਾ। ਸਾਬਣ ਦੇ ਨਾਲ ਪਾਣੀ ਦੀ ਵੀ ਲੋੜ ਹੈ। ਸਾਬਣ ਵੀ ਉਦੋਂ ਕੱਪੜੇ ਦੀ ਮੈਲ ਨੂੰ ਦੂਰ ਕਰਦਾ ਜੇ ਉਸ ਨੂੰ ਪਾਣੀ ਨਾਲ ਮਿਲ ਜਾਵੇ। ਬਿਨਾਂ ਪਾਣੀ ਤੋਂ ਸਾਬਣ ਕੱਪੜੇ ਨੂੰ ਸਾਫ਼ ਨਹੀਂ ਕਰ ਸਕਦਾ। ਇਸੇ ਲਈ ਨਾਮ ਦੇ ਨਾਲ ਪ੍ਰੇਮ ਦੀ ਲੋੜ ਹੈ। ਹੁਣ ਪ੍ਰੇਮ ਰੰਗ ਪਾਈਆ, ਉਸ ਨੂੰ ਪ੍ਰੇਮ ਦਾ ਰੰਗ ਚੜ੍ਹ ਜਾਂਦਾ ਹੈ। ਕਦੋਂ ਗੁਰਮੁਖ ਹੈ ਧਿਆਈਐ, ਜਦੋਂ ਗੁਰੂ ਦੁਆਰਾ ਗੁਰੂ ਦੀ ਦੱਸੀ ਮਰਜ਼ਾਦਾ ਅਨੁਸਾਰ ਧਿਆਈਐ, ਅਸੀਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ। ਫਿਰ ਪ੍ਰੇਮ ਦਾ ਰੰਗ ਪ੍ਰਾਪਤ ਹੁੰਦਾ ਹੈ। ਅਨ ਮਾਰਗ ਤਜਹੁ, ਭਜਹੁ ਹਰ ਗਿਆਨੀਓ। ਇਹ ਗਿਆਨੀਓ, ਜਿਹੜਾ ਕੋਈ ਕਥਾ ਪ੍ਰਚਾਰ ਕਰੇ ਉਹਨੂੰ ਲੋਕ ਗਿਆਨੀ ਜੀ ਕਹਿੰਦੇ ਨੇ। ਇਹ ਗਿਆਨੀ ਲੋਕੋ, ਅਨ ਮਾਰਗ ਤਜੋ, ਤੁਸੀਂ ਵੀ ਹੋਰ ਰਸਤੇ ਛੱਡ ਦਿਓ। ਅਨ ਤੋਂ ਭਾਵ ਜਿਹੜੇ ਦਵੈਤ ਵਾਲੇ ਰਸਤੇ ਨੇ ਉਹਨਾਂ ਨੂੰ ਛੱਡ ਦਿਓ, ਦੁਬਦਾ ਵਾਲੇ ਰਾਹ ਛੱਡ ਦਿਓ। ਭਜੋ ਹਰ ਗਿਆਨੀਓ, ਤੇ ਵਾਹਿਗੁਰੂ ਦਾ ਭਜਨ ਕਰੋ। ਕਿਉਂ? ਇਹ ਗੁਰਮਤਿ ਦਾ ਸਿਧਾਂਤ ਹੈ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ, ਇਹ ਗੁਰਸਿੱਖੀ ਦਾ ਮਾਰਗ ਹੈ। ਇਸ ਗੁਰਸਿੱਖੀ ਦੇ ਮਾਰਗ 'ਤੇ ਚੱਲੋ, ਹੋਰ ਰਸਤੇ ਛੱਡ ਦਿਓ। ਇਹਦੇ ਨਾਲ ਹੀ ਤੁਹਾਡੇ ਜੀਵਨ ਦੀ ਸਫਲਤਾ ਹੋਣੀ ਹੈ। ਬਚਨ ਗੁਰ ਰਿੱਧ ਧਰਹੁ, ਪੰਚ ਭੂ ਬਸ ਕਰਹੁ। ਗਰੀਬ ਨਵਾਜ ਸਤਿਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਹੋ ਰਹੀ ਹੈ। ਪਟ ਕਹਿ ਰਿਹਾ ਹੈ, ਬਚਨ ਗੁਰ ਰਿੱਧ ਧਰੋ। ਗੁਰ ਸਿੱਖੋ, ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ, ਆਪਣੇ ਹਿਰਦੇ ਵਿੱਚ ਟਿਕਾਓ। ਪੰਚ ਭੂ ਬਸ ਕਰੋ। ਇੱਥੇ ਪੰਚ ਭੂ ਦਾ ਅਰਥ ਹੈ ਮਨ। ਪੰਚ ਭੂ, ਜਿਹੜਾ ਭੂ ਸ਼ਬਦ ਹੈ, ਇਹ ਭੂਤ ਸ਼ਬਦ ਤੋਂ ਭੂ ਸ਼ਬਦ ਵਰਤਿਆ ਗਿਆ ਹੈ। ਪੰਜ ਭੂਤ ਪੰਜ ਤੱਤਾਂ ਦਾ ਨਾਮ ਹੈ। ਵੇਦਾਂਤ ਦੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ, ਸਤੋ ਅੰਸ਼ ਭੂਤਨ ਕੀ ਜੋ ਹੈ ਤਾਂ ਤੇ ਅੰਤఃਕਰਨ ਪਇਓ ਹੈ। ਜਿਹੜੀ ਪੰਜ ਤੱਤਾਂ ਦੀ ਸਤੋ ਗੁਣ ਅੰਸ਼ ਹੈ ਉਸ ਨੂੰ ਸਾਡਾ ਮਨ ਬਣਿਆ। ਇਸ ਲਈ ਪੰਚ ਭੂ ਮਨ ਦਾ ਵਾਚਕ ਹੈ। ਪੰਜਾਂ ਤੱਤਾਂ ਦੀ ਰਜੋ ਗੁਣ ਅੰਸ਼ ਤੋਂ ਇੰਦਰੀਆਂ ਬਣੀਆਂ ਨੇ, ਤਮੋ ਗੁਣ ਅੰਸ਼ ਤੋਂ ਭੌਤਿਕ ਸਰੀਰ ਬਣਿਆ। ਪੰਚ ਭੂ, ਇਹ ਪੰਜਾਂ ਤੱਤਾਂ ਦੀ ਸਤੋ ਗੁਣ ਅੰਸ਼ ਮਨ ਮੰਨੇ। ਬਚਨ ਕੋ ਰੇ ਤਰੋ, ਪੰਚ ਭੂ ਬਸ ਕਰੋ। ਤੁਸੀਂ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰੋ ਤੇ ਪੰਜ ਤੱਤਾਂ ਤੋਂ ਬਣਿਆ ਹੋਇਆ ਇਹ ਮਨ ਪੰਜ ਤੱਤ ਕੋ ਜੀਓ ਤੇ ਇਸ ਮਨ ਨੂੰ ਵਸ ਕਰ ਲਵੋ। ਜਨਮ ਕੁਲ ਉਦਰਹੁ, ਦੁਆਰ ਹਰ ਮਾਨਿਓ। ਤੁਸੀਂ ਆਪਣੇ ਜਨਮ ਦਾ ਵੀ ਤੇ ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਲਵੋ। ਦੁਆਰ ਹਰ ਮਾਨਿਓ, ਤੇ ਫਿਰ ਵਾਹਿਗੁਰੂ ਦੇ ਦੁਆਰ, ਉਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮਾਨਿਓ ਦਾ ਅਰਥ ਹੈ ਸਤਿਕਾਰ ਪ੍ਰਾਪਤ ਕਰ ਲਵੋਗੇ। ਜੋ ਤਾ ਸਭ ਸੁਖ ਇਤ ਉਤ ਤੁਮ ਵੰਸ਼ਵਹੁ,
ਗੁਰੂ ਗੁਰ ਗੁਰੂ ਜਪ ਪ੍ਰਾਨੀਓ। ਲੋ ਪਟ ਕਹਿ ਰਹੇ ਨੇ, ਇਹ ਦੁਨੀਆ ਦੇ ਲੋਗੋ, ਜੋ ਤਾਂ ਸਭ ਸੁਖ ਇਹ ਤੋਂ ਤੂੰ ਬੰਸ਼ ਵਹੁ। ਇਹ ਉਹਦਾ ਅਰਥ ਹੈ ਲੋਕ ਤੇ ਪਰਲੋਕ। ਜੇ ਤੁਸੀਂ ਇੱਥੇ ਵੀ ਤੇ ਉੱਥੇ ਵੀ, ਲੋਕ ਤੇ ਪਰਲੋਕ ਵਿੱਚ ਸਾਰੇ ਸੁਖ ਪ੍ਰਾਪਤ ਕਰਨਾ ਚਾਹੁੰਦੇ ਹੋ, ਬੰਸ਼ਵੋ ਦਾ ਅਰਥ ਹੈ ਚਾਹਣਾ। ਜੇ ਲੋਕ ਤੇ ਪਰਲੋਕ ਵਿੱਚ ਸਾਰੇ ਸੁਖ ਪ੍ਰਾਪਤ ਕਰਨਾ ਲੋੜਦੇ ਹੋ, ਗੁਰੂ ਗੁਰੂ ਜਪ ਪ੍ਰਾਨਿਓ, ਇਹ ਪ੍ਰਾਣਾਧਾਰੀ ਜੀਵੋ, ਤੇ ਫਿਰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਰੋਮ ਰੋਮ ਕਰਕੇ, ਸਵਾਸ ਸਵਾਸ ਕਰਕੇ ਗੁਰੂ ਜਪਿਆ ਕਰੋ 5 ਵਾਰੀਆਂ। ਅਥਵਾ ਤੁਸੀਂ 3 ਕਾਲ ਨੇ, ਭੂਤ ਭਵਿੱਖ ਵਰਤਮਾਨ, ਤੇ ਚੌਥਾ ਸੰਧੀ ਕਾਲ ਹੈ ਜਿਸ ਨੂੰ ਜੁਗਾਦ ਕਹਿੰਦੇ ਨੇ। ਇਹ ਸਮੇਂ ਦੇ 4 ਹਿੱਸੇ ਨੇ, ਤੇ 5ਵਾਂ ਜਿਹੜਾ ਹਮੇਸ਼ਾ ਲਈ ਗੁਰੂ ਜਪਣਾ। 3 ਕਾਲਾਂ ਵਿੱਚ, ਸੰਧੀ ਕਾਲਾਂ ਦੇ ਵਿੱਚ ਤੇ ਸਦਾ ਲਈ ਤੁਸੀਂ ਗੁਰੂ ਜਪਿਆ ਕਰੋ, ਅਥਵਾ ਧੰਨ ਸਤਿਗੁਰੂ ਜਪਿਆ ਕਰੋ, ਅਥਵਾ ਵਾਹਿਗੁਰੂ ਵਾਹਿਗੁਰੂ ਇਹ ਪਾਈ ਜਪਿਆ ਕਰੋ। ਇਹਦੇ ਨਾਲ ਤੁਹਾਨੂੰ ਲੋਕ ਤੇ ਪ੍ਰਲੋਕ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ। ਗੁਰੂ ਗੁਰੂ ਜਪ ਸਤ ਕਰ। ਲੋ ਪੱਟ ਫੇਰ ਅੱਗੇ ਉਪਦੇਸ਼ ਦਿੰਦੇ ਨੇ, ਗੁਰੂ ਗੁਰੂ ਜਪ ਸਤ ਕਰ। ਵੀ ਸਤ ਨਿਸ਼ਚੈ ਕਰਕੇ, ਤੁਸੀਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਰੋਮ ਰੋਮ ਕਰਕੇ, ਸਵਾਸ ਸਵਾਸ ਕਰਕੇ ਗੁਰੂ ਜਪਿਆ ਕਰੋ, ਅਥਵਾ ਵਾਹਿਗੁਰੂ ਜਪਿਆ ਕਰੋ। ਧੰਨ ਸਤਿਗੁਰੂ ਇਉਂ ਬਾਰ ਗੁਰੂ ਦਾ ਨਾਮ ਜਪਿਆ ਕਰੋ। ਆਗਮ ਗੁਣ ਜਾਨ ਨਿਧਾਨ, ਹਰ ਮਨ ਧਰੋ ਧਿਆਨ। ਅਹਨਿਸ ਕਰੋ ਬਚਨ ਗੁਰ ਹਿਰਦੈ ਧਰ। ਲੋ ਪਟ ਕਹਿ ਰਹੇ ਨੇ, ਇਹ 99 ਕਰਕੇ ਅਰਥ ਲੱਗੇਗਾ ਬਚਨ ਗੁਰ ਹਿਰਦੈ ਧਰ। ਤੁਸੀਂ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ। ਗੁਰੂ ਦੇ ਬਚਨਾਂ ਨੂੰ ਜਦੋਂ ਹਿਰਦੇ ਵਿੱਚ ਧਾਰਨ ਕਰੋਗੇ, ਫਿਰ ਕੀ ਹੋਵੇਗਾ? ਅਗਮ ਗੁਣ ਜਾਣ ਨਿਧਾਨ। ਜਾਣ ਤੋਂ ਭਾਵ ਹੈ ਜਾਣੀ ਜਾਣ, ਜਾਣਨਹਾਰ। ਅਕਾਲ ਪੁਰਖ ਹੈ ਜੋ ਅਗਮ ਬੇਅੰਤ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਹਰ ਮਨ ਧਰੋ ਧਿਆਨ। ਤੁਸੀਂ ਹਰ ਵੇਲੇ ਆਪਣੇ ਮਨ ਵਿੱਚ ਉਸ ਵਾਹਿਗੁਰੂ ਦਾ ਧਿਆਨ ਧਾਰਿਆ ਕਰੋ। ਕਿੰਨਾ ਕੁ ਚਿਰ ਧਾਰਨ ਕਰੀਏ? ਅਹਨਿਸ ਕਰੋ। ਦਿਨ ਰਾਤ ਤੁਹਾਡਾ ਧਿਆਨ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਿਆ ਰਹੇ। ਤੇ ਜਦੋਂ ਤੁਸੀਂ ਜੇਤਾ ਸੁਣਨਾ ਤੇਤਾ ਨਾਮ ਜੇਤਾ ਪੇਖਨ ਤੇਤਾ ਧਿਆਨ, ਤੁਹਾਡਾ ਧਿਆਨ ਹਰ ਵੇਲੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਹੇਗਾ, ਤੇ ਫਿਰ ਲੋਕ ਤੇ ਪ੍ਰਲੋਕ ਦੇ ਸਾਰੇ ਸੁੱਖ ਤੁਹਾਨੂੰ ਪ੍ਰਾਪਤ ਹੋਣਗੇ। ਫੁਨ ਗੁਰੂ ਜਲ ਬਿਮਲ ਅਥਾਹ ਮੱਜਨ ਕਰੋ। ਲਓ ਫਿਰ ਪਟ ਕਹਿੰਦੇ ਨੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਜਲ ਜਲ ਦੇ ਅਥਾਹ ਬਹੁਤ ਡੂੰਘੇ ਸਰੋਵਰ ਨੇ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਜਲ ਪਰਮੇਸ਼ਰ ਦਾ ਨਾਮ ਹੈ ਤੇ ਬ੍ਰਹਮ ਗਿਆਨ ਹੈ, ਤੇ ਬਾਣੀ ਵੀ ਅੰਮ੍ਰਿਤ ਦਾ ਸਰੋਵਰ ਹੈ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਨਿਰਮਲ ਜਲ ਹੈ, ਨਾਮ ਬਾਣੀ ਦਾ, ਇਹਦੇ ਬਹੁਤ ਡੂੰਘੇ ਸਰੋਵਰ ਨੇ। ਮੱਜਨ ਕਰੋ, ਤੁਸੀਂ ਉਹਦੇ ਵਿੱਚ ਇਸ਼ਨਾਨ ਕਰੋ। ਇਹਦਾ ਮਤਲਬ ਇਹ ਹੈ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਮ ਬਾਣੀ ਦੇ ਉੱਜਲ ਜਲ ਦੇ ਬਹੁਤ ਡੂੰਘੇ ਸਰੋਵਰ ਨੇ, ਤੇ ਤੁਸੀਂ ਉਹਦੇ ਵਿੱਚ ਇਸ਼ਨਾਨ ਕਰੋ। ਇਹਦਾ ਮਤਲਬ ਇਹ ਹੈ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੀ ਸੇਵਾ ਕਰਿਆ ਕਰੋ, ਗੁਰੂ ਦੀ ਆਗਿਆ ਮੰਨਿਆ ਕਰੋ, ਗੁਰੂ ਦੀ ਬਾਣੀ ਪੜ੍ਹਿਆ ਕਰੋ, ਗੁਰੂ ਦੇ ਬਚਨਾਂ ਨੂੰ ਮੰਨਿਆ ਕਰੋ, ਤੇ ਇਹੀ ਉਹਦੇ ਵਿੱਚ ਇਸ਼ਨਾਨ ਕਰਨਾ ਹੈ। ਸੰਤ ਗੁਰਸਿੱਖ ਤਰਹੁ ਨਾਮ ਸੱਚ ਰੰਗ ਸਰ। ਐ ਗੁਰਸਿੱਖ ਸੰਤੋ, ਫਿਰ ਕੀ ਹੋਵੇਗਾ? ਤਰਹੁ, ਤੁਸੀਂ ਵੀ ਭਵ ਸਾਗਰ ਤੋਂ ਤਰ ਜਾਵੋਗੇ। ਕਿਵੇਂ ਤਰੋਗੇ? ਨਾਮ ਸੱਚ ਰੰਗ ਸਰ।
ਸੱਚੇ ਨਾਮ ਦੇ ਰੰਗ ਪ੍ਰੇਮ ਦੇ ਸਰ ਸਰੋਵਰ ਦੇ ਵਿੱਚ ਚੁੱਭੀਆਂ ਲਾ ਕੇ ਜਦੋਂ ਤੁਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਉਜਲ ਨਾਮ ਬਾਣੀ ਦੇ ਡੂੰਘੇ ਸਰੋਵਰ ਨੇ ਉਹਦੇ ਵਿੱਚ ਇਸ਼ਨਾਨ ਕਰਨ ਲੱਗੇ, ਭਾਵ ਤੁਹਾਡਾ ਗੁਰੂ ਦੇ ਨਾਲ ਰੂਹਾਨੀ ਪਿਆਰ ਹੋ ਗਿਆ ਤੇ ਫਿਰ ਤੁਹਾਨੂੰ ਸੱਚੇ ਨਾਮ ਦਾ ਪ੍ਰੇਮ ਲੱਗ ਜਾਵੇਗਾ। ਸੱਚੇ ਨਾਮ ਦੇ ਪ੍ਰੇਮ ਦੇ ਸਰੋਵਰ ਦੇ ਵਿੱਚ ਤੁਸੀਂ ਤਾਰੀਆਂ ਲਾਵੋਗੇ ਤੇ ਤੁਹਾਡਾ ਵੀ ਪਾਰੋ ਤਾਰਾ ਹੋ ਜਾਵੇਗਾ। ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ। ਲਓ ਪਟ ਕਹਿੰਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਹਮੇਸ਼ਾ ਲਈ ਨਿਰਵੈਰ, ਵੈਰ ਤੋਂ ਰਹਿਤ, ਨਿਰੰਕਾਰ ਮਾਇਕੀ ਆਕਾਰਾਂ ਤੋਂ ਪਰੇ ਤੇ ਨਿਰਭਉ ਭੈ ਤੋਂ ਰਹਿਤ ਵਾਹਿਗੁਰੂ ਹੈ। ਜਪੈ ਤੇ ਉਹਨੂੰ ਤੁਸੀਂ ਹਮੇਸ਼ਾ ਲਈ ਜਪਦੇ ਹੋ ਤੇ ਭਾਈ ਸਾਰੇ ਜਪਿਆ ਕਰੋ। ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ। ਪ੍ਰੇਮ ਗੁਰ ਸ਼ਬਦ ਰਸ, ਰਸ ਪ੍ਰੇਮ ਦੇ ਨਾਲ ਗੁਰੂ ਸ਼ਬਦ ਦੇ ਨਾਲ ਜਿਹੜੇ ਪ੍ਰੇਮ ਕਰਦੇ ਨੇ ਤੇ ਕਰਤ ਦ੍ਰਿੜ ਭਗਤ ਹਰ ਤੇ ਵਾਹਿਗੁਰੂ ਦੀ ਭਗਤੀ ਨੂੰ, ਸਿਮਰਨ ਭਗਤੀ ਨੂੰ, ਕੀਰਤਨ ਭਗਤੀ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰ ਲੈਂਦੇ ਨੇ ਤੇ ਭਾਈ ਫਿਰ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਮੁਗਧ ਮਨ ਭ੍ਰਮ ਤਜਹੋ ਨਾਮ ਗੁਰਮੁਖ ਭਜਹੋ। ਗੁਰਮੁਖ ਭਜਹੋ ਪਟ ਕਹਿੰਦੇ ਨੇ ਮੁਗਧ ਮਨ ਭ੍ਰਮ ਤਜਹੋ, ਇਹ ਮੂਰਖ ਮਨਾ ਸਾਰੇ ਭਰਮ ਭੁਲੇਖੇ ਛੱਡ ਦੇ, ਗਲਤ ਫਹਿਮੀਆਂ ਨੂੰ ਦੂਰ ਕਰ ਦੇ, ਨਾਮ ਗੁਰਮੁਖ ਭਜੋ ਤੇ ਗੁਰਮੁਖ ਬਣ ਕੇ ਭਾਵ ਗੁਰੂ ਦੀ ਦੱਸੀ ਮਰਜ਼ਾਦਾ ਅਨੁਸਾਰ ਨਾਮ ਭਜੋ, ਨਾਮ ਸਿਮਰਨ ਕਰੋ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਸਤ ਨਿਸ਼ਚੈ ਕਰਕੇ ਬਸ ਤੁਸੀਂ ਗੁਰੂ 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 ਜਪੀ ਚੱਲਿਆ ਕਰੋ। ਧੰਨ ਸਤਿਗੁਰੂ ਧੰਨ ਸਤਿਗੁਰੂ ਧੰਨ ਸਤਿਗੁਰੂ ਧੰਨ ਸਤਿਗੁਰੂ ਧੰਨ ਸਤਿਗੁਰੂ ਬਾਰ-ਬਾਰ ਜਪੀ ਜਾਓ, ਅਥਵਾ ਵਾਹਿਗੁਰੂ 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 ਇਉਂ ਜਪੀ ਚੱਲੋ। ਇਹਦਾ ਅਰਥ ਮਹਾਂਪੁਰਖ ਇਉਂ ਵੀ ਕਰਦੇ ਸਨ। ਗੁਰੂ ਗੁਰ ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਨੇ। ਗੁਰੂ ਗੁਰ ਉਹ ਗੁਰੂਆਂ ਦੇ ਗੁਰੂ ਸਨ। ਦੂਜੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ। ਤੀਜੇ ਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ। ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਉਚਾਰਨ ਹੋ ਰਹੀ ਹੈ, ਉਹ ਚੌਥੇ ਸਤਿਗੁਰੂ ਨੇ। ਇਹ 5 ਵਾਰੀ ਆਇਆ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਚੌਥੇ ਪਾਤਸ਼ਾਹ ਤੱਕ ਇਹ 4 ਸਤਿਗੁਰੂ ਸਾਹਿਬਾਨ ਹੋਏ ਨੇ। ਬਈ ਤੁਸੀਂ ਇਹਨਾਂ ਨੂੰ ਗੁਰੂਆਂ ਦੇ ਗੁਰੂ ਜਾਣ ਕੇ ਤੇ ਧੰਨ ਸਤਿਗੁਰੂ ਇਹਨਾਂ ਦਾ ਨਾਮ ਜਪਿਆ ਕਰੋ ਤੇ ਇਹਦੇ ਨਾਲ ਤੁਹਾਡੇ ਜੀਵਨ ਦਾ ਭਲਾ ਹੋ ਜਾਵੇਗਾ। ਗੁਰੂ ਗੁਰ ਗੁਰ ਕਰਹੁ ਗੁਰੂ ਹਰਿ ਪਾਈਐ। ਲਓ ਅੱਗੇ ਫੇਰ ਪਾਠ ਗੁਰੂ ਮਹਾਰਾਜ ਦੀ ਮਹਿਮਾ ਉਚਾਰਨ ਕਰ ਰਹੇ ਨੇ। ਗੁਰੂ ਗੁਰ ਗੁਰ ਕਰੋ, ਭਾਈ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਗੁਰੂ ਆਖਿਆ ਕਰੋ, ਅਥਵਾ ਗੁਰੂ ਨਾਨਕ ਸਾਹਿਬ ਗੁਰੂਆਂ ਦੇ ਗੁਰੂ ਨੇ ਤੇ ਉਹਨਾਂ ਨੂੰ ਗੁਰੂ ਗੁਰੂ ਆਖਿਆ ਕਰੋ। ਗੁਰੂ ਹਰਿ ਪਾਈਐ ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਉਦਤ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲਤ ਲਿਵ ਲਾਈਐ। ਲੋ ਪਟ ਕਹਿੰਦੇ ਨੇ ਉਦਤ ਗੁਰ ਗਹਿਰ ਗੰਭੀਰ ਬੇਅੰਤ ਹਰ। ਉਹ ਬੇਅੰਤ ਅੰਤੋਂ ਰਹਿਤ ਹਰ ਜੋ ਸਭ ਪਾਪਾਂ ਨੂੰ ਨਾਸ਼ ਕਰਨ ਵਾਲਾ ਅਕਾਲ ਪੁਰਖ, ਉਹ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ। ਉਦਤ ਗੁਰ ਗਹਿਰ ਗੰਭੀਰ, ਉਹ ਸਤਿਗੁਰੂ ਬਹੁਤ ਗਹਿਰ ਗੰਭੀਰ, ਗੰਭੀਰ ਕਹਿੰਦੇ ਨੇ ਡੂੰਘੇ ਨੂੰ, ਗਹਿਰ ਕਹਿੰਦੇ ਨੇ ਨਿਰਹਲ ਨੂੰ, ਬਹੁਤ ਡੂੰਘੇ ਸਮੁੰਦਰ ਨੇ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣਾ ਤੇਰਾ ਕੀਤਾ ਕੇਵੜ ਚੀਰਾ। ਬੇਅੰਤ ਵਾਹਿਗੁਰੂ ਉਸ ਦਾ ਸਰੂਪ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਹਿਰ ਗੰਭੀਰ ਸਮੁੰਦਰ ਵਾਂਗ ਹਨ। ਨਾਮ ਨਗ ਹੀਰ ਮਨ ਮਿਲਤ ਲਿਵ ਲਾਈਐ। ਤੇ ਉਸ ਗੁਰੂ ਸਮੁੰਦਰ ਦੇ ਵਿੱਚ ਵਾਹਿਗੁਰੂ ਦਾ ਨਾਮ ਜਿਵੇਂ ਕੀਮਤੀ ਨਗ ਜਵਾਹਰਾਤ ਹੁੰਦੇ ਨੇ, ਹੀਰੇ ਡਾਇਮੰਡ ਹੁੰਦੇ ਨੇ,
ਮਣੀਆਂ ਹੁੰਦੀਆਂ ਨੇ, ਮਿਲਤ, ਉਹ ਸਾਰੇ ਪ੍ਰਾਪਤ ਹੁੰਦੇ ਨੇ। ਜਦੋਂ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗਾਂਗੇ, ਗੁਰ ਸਾਗਰ ਰਤਨੀ ਭਰਪੂਰੇ, ਉਹ ਰਤਨਾਂ ਦੇ ਸਾਗਰ ਨੇ, ਫਿਰ ਉਹਨਾਂ ਦੇ ਕੋਲੋਂ ਨਾਮ ਦੇ ਨਗ, ਨਾਮ ਦੇ ਹੀਰੇ, ਨਾਮ ਦੀਆਂ ਮਣੀਆਂ ਪ੍ਰਾਪਤ ਹੋਣਗੀਆਂ। ਲਿਵ ਲਾਈਐ, ਫਿਰ ਉਸ ਨਾਮ ਦੇ ਵਿੱਚ ਚਿੱਤ ਬਿਰਤੀ ਨੂੰ ਜੋੜੀ ਰੱਖਣਾ ਚਾਹੀਦਾ ਹੈ। ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ। ਲੋ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਰਮਲ ਸਰਸ, ਪਰਮਲ ਕਹਿੰਦੇ ਨੇ ਚੰਦਨ, 52 ਚੰਦਨ ਦੇ ਸਰਸ ਸਮਾਨ ਨੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ 52 ਚੰਦਨ ਦੇ ਸਮਾਨ ਨੇ। 52 ਚੰਦਨ ਦੀ ਸਿਫਤ ਇਹ ਹੈ, ਜਦੋਂ ਬਸੰਤ ਰੁੱਤ ਆਉਂਦੀ ਹੈ, ਉਹ ਸਾਰੀ ਬਨਾਸਪਤੀ ਨੂੰ ਆਪਣੀ ਸੁਗੰਧੀ ਵੰਡ ਦਿੰਦੇ, ਸਾਰਿਆਂ ਨੂੰ ਚੰਦਨ ਬਣਾ ਦਿੰਦਾ ਹੈ। ਕਰਤ ਕੰਚਨ ਪਰਸ, ਤੇ ਗੁਰੂ ਮਹਾਰਾਜ ਉਹ ਪਾਰਸ ਨੇ ਜਿਹੜੇ ਹਰ ਧਾਤ ਨੂੰ ਸੋਨਾ ਬਣਾ ਦਿੰਦੇ ਨੇ। ਕਰਤ ਕੰਚਨ ਪਰਸ। ਇਸੇ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹ ਪਾਰਸ ਨੇ ਜਿਹੜੇ 7 ਧਾਤਾਂ ਨੂੰ ਸੋਨਾ ਤੇ ਬਣਾਉਂਦੇ ਹੀ ਨੇ, ਪਰ ਜਿਹੜਾ ਮਨੂਰ ਹੈ ਉਹਨੂੰ ਵੀ ਸੋਨਾ ਬਣਾ ਦਿੰਦੇ ਨੇ। ਐਸੇ ਸਤਿਗੁਰੂ ਨੇ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਬੂੰਦ ਅੰਮ੍ਰਿਤ ਉਹ ਦੇਵੈ, ਕਹੋ ਨਾਨਕ ਤ੍ਰਿਸ਼ਟਿਸ ਦੇਹਾ। ਇਹ ਗੁਰੂ ਦੀ ਮਹਿਮਾ ਹੈ। ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ। ਭਾਈ ਤੁਸੀਂ ਸ਼ਬਦ ਦੁਆਰਾ ਗੁਰੂ ਨੂੰ ਧਿਆਓ, ਅਥਵਾ ਸ਼ਬਦ ਹੀ ਗੁਰੂ ਹੈ ਤੇ ਤੁਸੀਂ ਸ਼ਬਦ ਦੁਆਰਾ ਗੁਰੂ ਨੂੰ ਧਿਆਓ। ਮੈਲ ਦੁਰਮਤ ਹਿਰਤ, ਤੇ ਗੁਰੂ ਮਹਾਰਾਜ ਖੋਟੀ ਮੱਤ ਦੀ ਮੈਲ ਨੂੰ ਹਿਰਤ ਨਾਸ ਕਰ ਦਿੰਦੇ ਨੇ। ਜਦੋਂ ਤੁਸੀਂ ਗੁਰੂ ਦੇ ਕੋਲ ਚਲੇ ਗਏ, ਉਹਨੇ ਚੰਦਨ ਵਾਂਗ ਤੁਹਾਡੇ ਵਿੱਚ ਵੀ ਭਗਤੀ ਦੀ ਮਹਿਕ ਭਰ ਦੇਣੀ ਹੈ। ਜੇ ਕੋਈ ਪਾਪੀ ਬੰਦਾ ਵੀ ਗੁਰੂ ਕੋਲ ਚਲਿਆ ਗਿਆ, ਉਹ ਪਾਰਸ ਨੇ, ਉਹਨੂੰ ਵੀ ਸੋਨਾ ਬਣਾ ਦੇਣਾ, ਸ਼ੁੱਧ ਜੀਵਨ ਵਾਲਾ ਨਿਰਵਿਕਾਰ ਬਣਾ ਦੇਣਾ। ਉਹ ਖੋਟੀ ਮੱਤ ਦੀ ਮੈਲ ਨੂੰ ਦੂਰ ਕਰਦੇ ਨੇ। ਸ਼ਬਦ ਗੁਰ ਧਿਆਈਐ, ਤੇ ਤੁਸੀਂ ਭਾਈ ਸ਼ਬਦ ਦੁਆਰਾ ਗੁਰੂ ਨੂੰ ਧਿਆਵੋ, ਅਥਵਾ ਗੁਰੂ ਸ਼ਬਦ ਰਾਹੀਂ ਤੁਸੀਂ ਵਾਹਿਗੁਰੂ ਨੂੰ ਧਿਆਇਆ ਕਰੋ। ਅੰਮ੍ਰਿਤ ਪ੍ਰਵਾਹ ਛੁਟ ਕੰਤ ਸਦ ਦੁਆਰ ਜਿਸ, ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ। ਲੋਕ ਕਵੀ ਜੀ ਕਹਿੰਦੇ ਨੇ, ਜਿਸ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦੁਆਰ ਦਰ ਤੇ ਅੰਮ੍ਰਿਤ ਪ੍ਰਵਾਹ ਛੁਟ ਕੰਤ ਸਦ ਦੁਆਰ ਜਿਸ, ਅੰਮ੍ਰਿਤ ਦੇ ਪ੍ਰਵਾਹ ਝਰਨੇ ਛੁੱਟ ਰਹੇ ਨੇ, ਨਾਮ ਦੀਆਂ ਬੁਛਾੜਾਂ ਪੈ ਰਹੀਆਂ ਨੇ। ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਅੰਮ੍ਰਿਤ ਬਾਣੀ ਦਾ ਕੀਰਤਨ ਹੁੰਦਾ ਹੈ, ਉਸ ਵੇਲੇ ਅੰਮ੍ਰਿਤ ਦੀਆਂ ਸ਼ਹਿਬਰਾਂ ਲੱਗ ਜਾਂਦੀਆਂ ਨੇ। ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਿਸ, ਜਿਸ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਨਾਮ ਬਾਣੀ ਦੇ ਅੰਮ੍ਰਿਤ ਦੇ ਝਰਨੇ ਵਗ ਰਹੇ ਨੇ, ਪ੍ਰਵਾਹ ਛੁੱਟ ਰਹੇ ਨੇ, ਅਤੇ ਉੱਥੇ ਜਿਹੜੇ ਗਿਆਨ ਗੁਰ ਬਿਮਲ ਸਰ, ਜਿਹੜਾ ਗੁਰੂ ਦੇ ਗਿਆਨ ਦਾ ਬਿਮਲ ਨਿਰਮਲ ਸਰ ਸਰੋਵਰ ਹੈ, ਸੰਤ ਸਿੱਖ ਨਹਾਈਐ। ਜਿੰਨੇ ਵੀ ਸੰਤ ਨੇ ਤੇ ਗੁਰਸਿੱਖ ਨੇ, ਸੰਤ ਉਹ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ, ਸਿੱਖ ਉਹ ਜਿਹੜੇ ਗੁਰੂ ਦੀ ਸਿੱਖੀ ਦੇ ਧਾਰਨੀ ਨੇ, ਅਥਵਾ ਸਿੱਖ ਸੰਤ ਇਕੱਠਾ ਵੀ ਸ਼ਬਦ ਹੈ। ਜਿਹੜੇ ਸਿੱਖ ਹੋ ਕੇ ਨਾਮ ਜਪਦੇ ਨੇ ਉਹ ਸੰਤ ਸਿੱਖ ਨੇ, ਅਤੇ ਜਿੰਨੇ ਵੀ ਸੰਤ ਸਿੱਖ ਨੇ ਉਹ ਗੁਰੂ ਦੇ ਗਿਆਨ ਰੂਪੀ ਨਿਰਮਲ ਜਲ ਦੇ ਸਰੋਵਰ ਦੇ ਵਿੱਚ ਨਹਾਈਐ। ਉਹ ਇਸ਼ਨਾਨ ਕਰਦੇ ਹਨ, ਚੁੱਭੀਆਂ ਮਾਰਦੇ ਹਨ, ਅਤੇ ਉਹਨਾਂ ਦੇ ਮਨ ਦੀ ਸਾਰੀ ਮੈਲ ਮਾਲ ਵਖਸ਼ੇਪ ਆਵਰਣ ਦੀ ਦੂਰ ਹੋ ਜਾਂਦੀ ਹੈ। ਨਾਮ ਨਿਰਬਾਨ ਨਿਧਾਨ ਹਰ ਉਰ ਧਰੋ, ਗੁਰੂ ਗੁਰ ਗੁਰ ਕਰੋ, ਗੁਰੂ ਹਰ ਪਾਈਐ। ਲੋ ਪਟ ਕਹਿ ਰਹੇ ਨੇ, ਨਾਮ ਨਿਰਬਾਨ ਨਿਧਾਨ ਹਰ ਉਰ ਧਰੋ। ਵਾਹਿਗੁਰੂ ਦਾ ਨਾਮ ਨਿਰਬਾਣ ਪਦਵੀ ਨੂੰ ਬਖਸ਼ਿਸ਼ ਕਰਨ ਵਾਲਾ ਹੈ। ਨਿਰਬਾਣ ਪਦਵੀ ਉਹ ਹੈ, ਇੱਕ ਜੋਗੀਆਂ ਦਾ ਅਤੇ ਜੈਨੀਆਂ ਦਾ ਉੱਚਾ ਰੁਤਬਾ ਹੈ, ਰੂਹਾਨੀਅਤ ਦਾ, ਉਹਨੂੰ ਨਿਰਬਾਣ ਪਦ ਕਹਿੰਦੇ ਨੇ। ਮਹਾਂਪੁਰਖ ਨਿਰਬਾਣ ਦਾ ਅਰਥ ਕਰਦੇ ਸਨ ਦੁੱਖਾਂ ਤੋਂ ਰਹਿਤ ਆਨੰਦਮਈ ਅਵਸਥਾ।
ਨਿਰਵਾਣ। ਨਾਮ ਨਿਰਵਾਣ, ਨਿਰਵਾਣ ਤੋਂ ਭਾਵ ਦੁੱਖਾਂ ਤੋਂ ਰਹਿਤ ਜੋ ਅਕਾਲ ਪੁਰਖ ਹੈ, ਉਹਦਾ ਨਾਮ ਨਿਧਾਨ, ਰਿੱਧੀਆਂ ਸਿੱਧੀਆਂ ਦਾ ਖਜ਼ਾਨਾ ਹੈ। ਹਰ ਔਰ ਧਰੋ, ਤੁਸੀਂ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ, ਆਪਣੇ ਹਿਰਦੇ ਵਿੱਚ ਟਿਕਾਓ ਤੇ ਗੁਰੂ ਗੁਰ ਗੁਰ ਕਰੋ, ਤੇ ਤੁਸੀਂ ਗੁਰੂ ਮਹਾਰਾਜ ਨੂੰ ਗੁਰੂ ਗੁਰੂ ਆਖਿਆ ਕਰੋ। ਗੁਰੂ ਹਰ ਪਾਈਐ, ਭਾਵ ਹਰ ਵੇਲੇ ਗੁਰੂ ਦੀ ਸਿਫਤ ਸਲਾਹ ਕਰਿਆ ਕਰੋ। ਹਰ ਵੇਲੇ ਧੰਨ ਸਤਿਗੁਰੂ ਉਚਾਰਨ ਕਰਿਆ ਕਰੋ, ਅਥਵਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਕਰੋ। ਗੁਰੂ ਹਰ ਪਾਈਐ, ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਹਰ ਪਾਈਐ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਮਿਲਦਾ ਹੈ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ। ਲੋ ਫਿਰ ਉਸੇ ਹੀ ਪ੍ਰਕਰਨ ਦੇ ਮੁਤਾਬਕ ਪਾਠ ਕਹਿ ਰਹੇ ਨੇ, ਐ ਮਨ ਮੰਨ ਰੇ। ਐ ਮਨ, ਤੂੰ ਹਰ ਵੇਲੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਰੋਮ ਰੋਮ ਕਰਕੇ, ਸਵਾਸ ਸਵਾਸ ਕਰਕੇ ਗੁਰੂ ਗੁਰੂ ਜਪਿਆ ਕਰ। ਧੰਨ ਸਤਿਗੁਰੂ ਆਖਿਆ ਕਰ, ਅਥਵਾ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਜਾ ਕੀ ਸੇਵ ਸ਼ਿਵ ਸਿੱਧ ਸਾਧਕ ਸੁਰ ਅਸੁਰ ਗਣ, ਤਰਹਿ ਤੇ ਤੀਸ ਗੁਰ ਬਚਨ ਸੁਣ ਕੰਨ ਰੇ। ਜਾ ਕੀ ਸੇਵ, ਜਿਸ ਗੁਰੂ ਦੀ ਸੇਵਾ ਸ਼ਿਵ ਜੀ, ਸਿੱਧ ਰਿੱਧੀਆਂ ਸਿੱਧੀਆਂ ਵਾਲੇ ਲੋਕ, ਸਾਧਕ ਸਾਧਨ ਕਰਨ ਵਾਲੇ, ਸੁਰ ਦੇਵਤੇ ਅਸੁਰ ਦੈਂਤ, ਤੇ ਜਿਹੜੇ ਸ਼ਿਵ ਜੀ ਦੇ ਗਣ ਨੇ ਨੰਦੀ ਭ੍ਰਿੰਗੀ ਆਦਿਕ, ਉਹ ਵੀ ਜਿਸ ਦੀ ਸੇਵਾ ਕਰਦੇ ਨੇ। ਤਰਹਿ ਤੇ 33 ਕਰੋੜ ਦੇਵਤੇ ਵੀ ਤਰ ਜਾਂਦੇ ਨੇ। ਕਿਵੇਂ ਤਰ ਜਾਂਦੇ ਨੇ? ਗੁਰ ਬਚਨ ਸੁਣ ਕੰਨ ਰੇ, ਗੁਰੂ ਦੇ ਬਚਨਾਂ ਨੂੰ ਕੰਨਾਂ ਰਾਹੀਂ ਸੁਣ ਕੇ। ਰੇ ਹੇ ਭਾਈ, ਇਹ ਸਾਰੇ ਤਰ ਜਾਂਦੇ ਨੇ। ਸ਼ਿਵ ਜੀ ਵੀ, ਸਿੱਧ ਵੀ, ਸਾਧਕ ਵੀ, ਦੇਵਤੇ ਵੀ, ਦੈਂਤ ਵੀ ਤੇ ਗਣ ਵੀ। 33 ਕਰੋੜ ਦੇਵਤੇ ਗੁਰੂ ਦੇ ਬਚਨਾਂ ਨੂੰ, ਭਾਵ ਗੁਰੂ ਦੀ ਬਾਣੀ ਨੂੰ ਕੰਨਾਂ ਰਾਹੀਂ ਸੁਣ ਕੇ ਉਹ ਵੀ ਤਰ ਜਾਂਦੇ ਹਨ। ਫੁਨ ਤਰਹਿ ਤੇ ਸੰਤ ਹਿਤ, ਭਾਗਤ ਗੁਰ ਗੁਰ ਕਰਹਿ, ਤਰਿਓ ਪ੍ਰਹਿਲਾਦ ਗੁਰ ਮਿਲਤ ਮਨ ਜਨ ਰੇ। ਲੋਕ ਕਵੀ ਜੀ ਕਹਿ ਰਹੇ ਨੇ, ਫੁਨ ਤਰਹਿ ਤੇ ਸੰਤ ਹਿਤ। ਉਹ ਸੰਤ ਜਿਹੜੇ ਹਿਤ ਵਾਹਿਗੁਰੂ ਨਾਲ ਪਿਆਰ ਕਰਦੇ ਨੇ, ਉਹ ਵੀ ਫਿਰ ਤਰ ਜਾਂਦੇ ਨੇ। ਤੇ ਭਗਤ ਗੁਰ ਗੁਰ ਕਰਾਂ, ਜਿਹੜੇ ਭਗਤ ਗੁਰੂ ਗੁਰੂ ਜਪਦੇ ਨੇ, ਧੰਨ ਸਤਿਗੁਰੂ ਅਥਵਾ ਵਾਹਿਗੁਰੂ ਵਾਹਿਗੁਰੂ ਜਪਦੇ ਰਹਿੰਦੇ ਨੇ, ਤੇ ਉਹ ਵੀ ਤਰ ਜਾਂਦੇ ਨੇ। ਹੋਰ ਕੌਣ ਤਰਿਆ? ਤਰਿਓ ਪ੍ਰਹਿਲਾਦ ਗੁਰ ਮਿਲਤ ਮਨ ਜਨ ਰੇ। ਪ੍ਰਹਿਲਾਦ ਭਗਤ ਵੀ ਤਰ ਗਿਆ ਸੀ। ਕਦੋਂ ਤਰਿਆ? ਮਿਲਤ ਮਨ ਜਨ ਰੇ, ਜਦੋਂ ਉਸ ਨੂੰ ਮੁਨੀ ਜਨ ਤੋਂ ਭਾਵ ਹੈ ਨਾਰਦ ਮੁਨੀ ਮਿਲਿਆ ਸੀ। ਜਦੋਂ ਪ੍ਰਹਿਲਾਦ ਦੀ ਮਾਤਾ ਇੱਕ ਵਾਰੀ ਸਾਧੂ ਆਸ਼ਰਮ ਦੇ ਵਿੱਚ ਉਹਨਾਂ ਦੀ ਸੰਗਤ ਕਰਨ ਵਾਸਤੇ ਗਈ, ਪ੍ਰਹਿਲਾਦ ਛੋਟਾ ਸੀ, ਤੇ ਉੱਥੇ ਨਾਰਦ ਮੁਨੀ ਮਿਲਿਆ। ਉਹਨੇ ਇਸ ਨੂੰ ਨਾਮ ਜਪਣ ਦੀ ਪ੍ਰੇਰਣਾ ਦਿੱਤੀ। ਗੁਰ ਮਿਲਤ ਮਨ ਜਨ ਰੇ। ਉਹ ਨਾਰਦ ਮੁਨੀ ਦੇ ਮਿਲਣ ਕਰਕੇ ਉਹ ਰੱਬ ਦਾ ਭਗਤ ਸੀ। ਤੇ ਫਿਰ ਇਹ ਪ੍ਰਹਿਲਾਦ ਵੀ ਤਰ ਗਿਆ, ਕਿਉਂਕਿ ਪ੍ਰਹਿਲਾਦ ਨੂੰ ਵੀ ਨਾਰਦ ਮੁਨੀ ਨੂੰ ਗੁਰੂ ਧਾਰਨ ਕਰਨਾ ਪਿਆ, ਤੇ ਨਾਰਦ ਮੁਨੀ ਨੇ ਇਹਨੂੰ ਗੁਰ ਮੰਤਰ ਦਿੱਤਾ, ਗੁਰੂ ਦੀਖਿਆ ਪ੍ਰਦਾਨ ਕੀਤੀ, ਤੇ ਉਹਦੇ ਅਨੁਸਾਰ ਵਾਹਿਗੁਰੂ ਦਾ ਨਾਮ ਜਪ ਕੇ ਪ੍ਰਹਿਲਾਦ ਵੀ ਤਰ ਗਿਆ। ਤਰਹਿ ਨਾਰਦਾਦ ਸੰਕਾਦ, ਹਰ ਗੁਰਮੁਖ ਹੈ ਤਰਹਿ। ਲੋ, ਜਿਹੜੀ ਪਹਿਲੀ ਪੰਕਤੀ ਮਿਲਤ ਮਨ ਜਨ ਰੇ, ਇਹਦਾ ਅਰਥ ਇਉਂ ਵੀ ਕੀਤਾ ਹੈ ਵੀ ਜਿਹੜੇ ਮੁਨੀ ਲੋਕ ਤੇ ਜਨ ਜਿਹੜੇ ਦਾਸ ਭਗਤ ਨੇ, ਤੇ ਉਹ ਵੀ ਭਾਈ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਨਾਲ ਮਿਲ ਕੇ ਤਰ ਗਏ ਨੇ। ਤਰਹਿ ਨਾਰਦਾਦ ਸੰਕਾਦ, ਹਰ ਗੁਰਮੁਖ ਹੈ ਤਰਹਿ। ਨਾਰਦ ਆਦਿਕ ਜਿਹੜੇ ਹੋਰ ਦੇਵਤੇ ਨੇ, ਤੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਇਹ ਰਿਸ਼ੀ ਨੇ, ਬ੍ਰਹਮਾ ਦੇ 4 ਪੁੱਤਰ, ਇਹ ਵੀ ਤਰ ਜਾਂਦੇ ਨੇ। ਤਰਹਿ ਨਾਰਦਾਦ ਸੰਕਾਦ, ਹਰ ਗੁਰਮੁਖ ਹੈ ਤਰਹਿ। ਕਿਵੇਂ ਤਰਦੇ ਨੇ? ਵੀ ਗੁਰੂ ਦੁਆਰਾ ਵਾਹਿਗੁਰੂ ਦਾ ਨਾਮ ਜਪ ਕੇ,
ਇਹ ਵੀ ਸਾਰੇ ਤਰ ਜਾਂਦੇ ਨੇ ਤੇ ਤਰ ਗਏ ਹਨ। ਇੱਕ ਨਾਮ ਲਗ ਤਜੋ ਰਸ ਅਨ ਰੇ। ਇਸੇ ਲਈ ਹੈ ਭਾਈ ਇੱਕ ਨਾਮ ਦੇ ਨਾਲ ਜੁੜ ਜਾਵੋ ਤਾਂ ਜੋ ਰਸ ਅਨ ਰੇ, ਜਿਹੜੇ ਹੋਰ ਦੁਨੀਆ ਦੇ ਰਸ ਕਸ ਨੇ ਇਹਨਾਂ ਨੂੰ ਛੱਡ ਦਿਓ, ਕਿਉਂਕਿ ਇਹ ਜਿਹੜੇ ਰਸ ਨੇ ਫਿੱਕੇ ਰਸ ਨੇ। ਵਿਖੇ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਾ ਜੀਓ। ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਥ ਕਿਤੇ ਜਿਚਰ, ਹਰ ਰਸ ਪੱਲੇ ਨਾ ਪਾਏ। 9 ਰਸਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ। ਰਸ ਸੋਇਨਾ, ਇਹ 9 ਰਸ ਨੇ ਤੇ ਇਹ ਜਿਹੜੇ 9 ਰਸ ਨੇ ਇਹਨਾਂ ਦੇ ਵਿੱਚ ਸਾਡਾ ਮਨ ਖੁੱਭਿਆ ਰਹਿੰਦਾ ਹੈ ਤੇ ਇਹਨਾਂ ਦੇ ਵਿੱਚ ਲਾ ਕੇ ਵਾਹਿਗੁਰੂ ਦੇ ਨਾਮ ਰਸ ਤੋਂ ਇਹ ਵਾਂਝਾ ਰਹਿ ਜਾਂਦਾ। ਇਸੇ ਲਈ ਇਹ ਪਟ ਕਹਿ ਰਹੇ ਨੇ ਵੀ ਹੋਰ ਰਸਾਂ ਕਸਾਂ ਨੂੰ ਛੱਡੋ ਤੇ ਇੱਕ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ ਤੇ ਫਿਰ ਹੀ ਤੁਹਾਡੇ ਜੀਵਨ ਦੀ ਸਫਲਤਾ ਹੋਣੀ ਹੈ। ਦਾਸ ਬੇਨਤ ਕਹੈ ਨਾਮ ਗੁਰਮੁਖ ਲਹੈ। ਲੋ ਦਾਸ ਭੱਟ ਬੇਨਤੀ ਕਰ ਰਿਹਾ। ਪਿਛਲੇ ਸਾਰੇ ਸਵਈਏ ਦਾਸ ਭੱਟ ਜੀ ਦੇ ਹੀ ਆ ਰਹੇ ਨੇ। ਦਾਸ ਭੱਟ ਬੇਨਤੀ ਕਰ ਰਿਹਾ ਹੈ ਨਾਮ ਗੁਰਮੁਖ ਲਹੈ। ਉਹ ਨਾਮ ਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ ਤੇ ਗੁਰਮੁਖ ਜਨ ਹੀ ਪ੍ਰਾਪਤ ਕਰਦੇ ਨੇ। ਤੁਸੀਂ ਵੀ ਕਰੋ। ਤੇ ਨਾਲ ਹੀ ਫਰਮਾਉਂਦੇ ਹਨ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ। ਤੇ ਇਹ ਮਨਾ ਬਈ ਤੁਸੀਂ ਹਰ ਵੇਲੇ ਗੁਰੂ 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 ਜਪਿਆ ਕਰ। ਅਥਵਾ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 4 ਸਤਿਗੁਰੂ ਸਾਹਿਬਾਨ ਹੋਏ ਨੇ, ਇਹ ਗੁਰੂਆਂ ਦੇ ਗੁਰੂ ਨੇ। ਤੁਸੀਂ ਸਾਰਿਆਂ ਦਾ ਨਾਮ ਲੈ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਸੋਢੀ ਸੁਲਤਾਨ ਸਤਿਗੁਰੂ ਦਾ ਬਾਰ-ਬਾਰ ਨਾਮ ਜਪਿਆ ਕਰੋ। ਗੁਰੂ ਦੀ ਮਹਿਮਾ ਉਚਾਰਨ ਕਰਿਆ ਕਰੋ ਤੇ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਕਰੋ। ਇਹਦੇ ਨਾਲ ਤੁਹਾਡਾ ਵੀ ਪਾਰੋ ਤਾਰਾ ਹੋ ਜਾਵੇਗਾ। ਤੇ ਉਹ ਜਿਹੜੇ ਪਿੱਛੇ ਆਇਆ ਸੀ ਤਜੋ ਰਸ ਅਨਰੇ, ਜਿਹੜੇ ਹੋਰ ਰਸ ਕਸ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਛੱਡ ਦਿਓ ਤੇ ਉਹਦੇ ਨਾਲ ਸਾਡਾ ਮਨ ਹੋਰ ਪਾਸੇ ਭਟਕਦਾ ਹੈ। ਜਦੋਂ ਨਾਮ ਦੇ ਵਿੱਚ ਜੁੜ ਗਏ ਤੇ ਨਾਮ ਦਾ ਰਸ ਪ੍ਰਾਪਤ ਹੋਵੇਗਾ, ਫਿਰ ਸਾਡੇ ਮਨ ਨੂੰ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ। ਇਹ ਹੈ ਪਾਵਨ ਭੱਟਾਂ ਦੀ ਬਾਣੀ ਦੀ ਵਿਚਾਰ, ਗੁਰੂ ਦੀ ਮਹਿਮਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ ਇਹ ਗੁਰੂ ਮਹਿਮਾ ਦਾ ਭਾਵ ਸਾਡੇ ਹਿਰਦੇ ਵਿੱਚ ਵਸੇ। ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਣੀ ਹੈ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਤਰਹਿ ਨਾਰ ਦਾਦ ਸੰਕਾਦ, ਹਰ ਗੁਰਮੁਖ ਹੈ ਤਰਹਿ। ਇੱਕ ਨਾਮ ਲਗ ਤਜੋ ਰਸ ਅਨ ਰੇ। ਦਾਸ ਬੇਨਤ ਕਹੈ ਨਾਮ ਗੁਰਮੁਖ ਲਹੈ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।